जय मसीह दी सारिਆਂ ਨੂੰ ਅੱਜ ਦੀ ਬਾਈਬਲ ਸਟੱਡੀ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿ we hope that you had a wonderful week and ਅੱਜ ਆਪਾਂ ਫਰਾਈਡੇ ਤੇ ਰੀਚ ਹੋ ਗਏ ਹਾਂ ਸੋ ਅੱਜ ਆਪਾਂ ਸਟੱਡੀ ਕਰਨ ਜਾ ਰਹੇ ਹਾਂ the word of God is powerful because it is guaranteed by God ਮਤਲਬ ਕਿ ਰੱਬ ਦਾ ਜਿਹੜਾ ਸ਼ਬਦ ਆ ਉਹ ਸ਼ਕਤੀਸ਼ਾਲੀ ਹੈ ਕਿਉਂਕਿ ਰੱਬ ਦੇ ਦੁਆਰਾ ਗਾਰੰਟੀ ਕੀਤਾ ਹੋਇਆ ਹੈ ਆਮੇਨ ਸੋ ਆਪਾਂ ਇਹ ਤੋਂ ਵੀ ਥੋੜਾ ਵੀ ਗਾਂ ਜਾਈਏ ਤਾਂ ਪਹਿਲਾਂ ਆਪਾਂ ਚਲੋ ਸਾਰੇ ਦੁਆ ਕਰੀਏ ਆਪਾਂ ਸਾਰੇ ਅੱਖਾਂ ਬੰਦ ਕਰਕੇ ਪ੍ਰਭੂ ਦੀ ਹਜ਼ੂਰੀ ਵਿੱਚ ਇੱਕ ਰੈਵਰੈਂਸ ਦੇ ਵਿੱਚ ਆਈਏ ਆਮੇਨ हे ਪਿਤਾ ਪਰਮੇਸ਼ਰ ਤੇਰਾ ਸ਼ੁਕਰ ਆਖਦੇ ਤੇਰਾ ਧੰਨਵਾਦ ਆਖਦੇ ਪ੍ਰਭੂ ਜੀ ਤੁਸੀਂ ਅੱਜ ਸਾਨੂੰ ਫੇਰ ਆਪਣੇ ਵਚਨਾਂ ਵਿੱਚ ਲੈ ਕੇ ਆਂਦਾ ਆਪਣੇ ਬਾਈਬਲ ਸਟੱਡੀ ਵਿੱਚ ਲੈ ਕੇ ਆਂਦਾ ਪਿਤਾ ਪਰਮੇਸ਼ਰ ਜੀ ਅੱਜ ਅਸੀਂ ਪ੍ਰਭੂ ਜੀ ਤੇਰਾ ਧੰਨ ਆਖਦੇ ਕਿ ਸਾਡਾ ਜਿਹੜਾ ਹਫਤਾ ਆ ਤੁਸੀਂ ਬਹੁਤ ਸੋਹਣਾ ਕੱਢਿਆ ਆ ਸਾਡੇ ਨਾਲ ਹੋਏ ਆ ਪਿਤਾ ਜੀ ਕਿ ਅੱਜ ਫੇਰ ਤੁਸੀਂ ਸਾਨੂੰ ਸਵੇਰ ਉਠਾਇਆ ਆ ਦਿਨੇ ਚਲਾਇਆ ਆ ਤੇ ਆਪਣੇ ਵਚਨਾਂ ਵਿੱਚ ਤੁਸੀਂ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਬਿਠਾਇਆ ਪਿਤਾ ਪਰਮੇਸ਼ਰ ਜੀ ਅੱਜ ਇਸ ਬਾਈਬਲ ਸਟੱਡੀ ਨੂੰ ਤੁਸੀਂ ਆਪਣੇ ਹੱਥਾਂ ਚ ਲਓ ਪਵਿੱਤਰ ਆਤਮਾ ਜੀਓ ਅਤੇ ਤੁਸੀਂ ਆਪਣੀ ਤੁਸੀਂ ਮਰਜ਼ੀ ਪੂਰੀ ਕਰੋ ਪਿਤਾ ਪਰਮੇਸ਼ਰ ਜੀ ਜੋ ਵਚਨ ਤੁਹਾਡੇ ਦੁਆਰਾ ਲਿਖੇ ਗਏ ਨੇ ਪਿਤਾ ਪਰਮੇਸ਼ਰ ਜੀ ਮੈਂ ਇਹੀ ਦੁਆ ਕਰਦੀ ਹਾਂ ਕਿ ਇਹ ਹਰ ਕਿਤੇ ਦਿਲਾਂ ਦੇ ਵਿੱਚ ਪਿਤਾ ਪੂਰਾ ਘਰ ਕਰ ਲੈਣ ਅੱਜ ਸੱਚਮੁੱਚ ਪ੍ਰਭੂ ਜੀ ਅਸੀਂ ਅੱਜ ਤੇਰੇ ਵਚਨ ਦੀ ਉਸ ਡੂੰਘਾਈ ਨੂੰ ਜਾਣ ਸਕੀਏ ਜਿੱਦਾਂ ਤੁਸੀਂ ਚਾਹੁੰਦੇ ਆ ਅਸੀਂ ਉਸ ਵਚਨਾਂ ਤੇ ਉੱਦਾਂ ਅਸੀਂ ਚੱਲ ਸਕੀਏ ਜਿੱਦਾਂ ਤੁਸੀਂ ਚਾਹੁੰਦੇ ਆ ਪਿਤਾ ਪਰਮੇਸ਼ਰ ਜੀ ਮੈਂ ਇੱਕ ਭੈਣ ਭਰਾ ਨੂੰ ਹਰ ਪਰਿਵਾਰ ਨੂੰ ਘਰਾਣੇ ਨੂੰ ਤੇਰੇ ਹੱਥਾਂ 'ਚ ਲੈ ਕੇ ਆਉਂਦੀ ਹਾਂ ਪਿਤਾ ਜੀ ਸਭ ਨੂੰ ਤੇਰੇ ਖੂਹ 'ਚ ਕਵਰ ਕਰਦੀ ਹਾਂ ਔਰ ਹਰ ਟੈਲੀਫੋਨ ਲਾਈਨ ਨੂੰ ਇੰਟਰਨੈਟ ਲਾਈਨ ਹਰ ਨੂੰ ਪ੍ਰਭੂ ਜੀ ਤੇਰੇ ਖੂਹ 'ਚ ਕਵਰ ਕਰਕੇ ਪ੍ਰਭੂ ਜੀ ਅਸੀਂ ਤੇਰੇ ਨਾਮ ਦੇ ਵਿੱਚ ਗਾਂ ਪਾਉਂਦੇ ਹਾਂ ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ ਆਮੇਨ ਐਂਡ ਆਮੇਨ Amen. So ਆਪਾਂ ਵੈਂਸਡੇ ਵਾਲੇ ਦਿਨ ਸਿੱਖਿਆ ਸੀਗਾ ਕਿ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਬੋਲਦੇ ਹਾਂ we tap into our limitless power ਮਤਲਬ ਕਿ ਅਸੀਂ ਉਸ ਵਕਤ ਪਰਮੇਸ਼ਵਰ ਜਦੋਂ ਵਚਨ ਅਸੀਂ ਆਪਣੇ ਮੂੰਹ ਦੇ ਨਾਲ ਬੋਲਦੇ ਹਾਂ ਅਸੀਂ ਪਰਮੇਸ਼ਵਰ ਦੀ ਬੇਅੰਤ ਤਾਕਤ ਵਿੱਚ ਆਪਣੀ ਸ਼ਾਮਲ ਕਰ ਲੈਂਦੇ ਹਾਂ ਉਹਦੇ ਵਿੱਚ ਆਪਾਂ ਸਟੈਪ ਇਨ ਕਰ ਦਿੰਦੇ ਹਾਂ ਆਮੇਨ ਸੋ ਦੇਖੋ ਕਿ ਆਪਣੇ ਹੱਥਾਂ ਦੇ ਵਿੱਚ ਪ੍ਰਭੂ ਨੇ ਕਿੱਡੀ ਵੱਡਾ ਇੱਕ ਕਹਿ ਦੋ ਕਿ ਹਥਿਆਰ ਦਿੱਤਾ ਹੋਇਆ ਆ ਜਿਸ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਸੋਹਣੀ ਵੀ ਬਣਾ ਸਕਦੇ ਹਾਂ ਅਤੇ ਜਿਸ ਦੇ ਰਾਹੀਂ ਆਪਾਂ ਇੱਕ ਸ਼ੈਤਾਨ ਦੇ ਉੱਤੇ ਇੱਕ ਆਪਣੇ ਦੁਸ਼ਮਣ ਦੇ ਅਗੇਂਸਟ ਇੱਕ ਹਮਲਾ ਵੀ ਕਰ ਸਕਦੇ ਹਾਂ ਇਸ ਵੈਪਨ ਦੇ ਨਾਲ ਹਰ ਵੈਪਨ ਤੋਂ ਮਹਾਨ ਵੈਪਨ ਪਰਮੇਸ਼ਵਰ ਦਾ ਵਚਨ ਹੈ ਸੋ ਆਪਾਂ ਜਦੋਂ ਵੈਂਸਡੇ ਆਪਾਂ ਬਾਈਬਲ ਸਟੱਡੀ ਟੂਅਰਡਸ ਦੀ ਐਂਡ ਫਿਨਿਸ਼ ਕੀਤੀ ਸੀ ਆਪਾਂ ਜਰਮਾਇਆ ਦੀ 23 ਕਿਤਾਬ ਦੇ ਵਿੱਚ ਚੈਪਟਰ ਦੇ ਵਿੱਚ 28 ਤੇ 29 ਦੇ ਵਿੱਚ ਦੇਖਿਆ ਸੀਗਾ ਕਿ ਯਹੋਵਾ ਦਾ ਵਾਕ ਹੈ ਕਿ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਆਪਣੇ ਮੂੰਹ ਦੇ ਨਾਲ ਪੂਰੇ ਇਮਾਨਦਾਰੀ ਨਾਲ ਬੋਲਦੇ ਹਾਂ ਉਦੋਂ ਹੀ ਕੰਮ ਪੂਰੇ ਹੁੰਦੇ ਨੇ ਕਿ ਉਹ ਕਹਿੰਦੇ ਆ ਕਿ let the one who has my word speak it faithfully ਜਿਨ੍ਹਾਂ ਦੇ ਕੋਲੇ ਮੇਰਾ ਵਚਨ ਆ ਉਹ ਇਮਾਨਦਾਰੀ ਦੇ ਨਾਲ ਬੋਲੇ ਕਿਉਂਕਿ ਪਰਮੇਸ਼ਵਰ ਦਾ ਵਚਨ ਇੱਕ ਅੱਗ ਵਰਗਾ ਆ ਪਰਮੇਸ਼ਵਰ ਦਾ ਵਚਨ ਇੱਕ ਹਥੌੜੇ ਵਾਂਗ ਆ ਕਿ ਜਦੋਂ ਵੀ ਉਹ ਚਿੱਤੇ ਵੀ ਪੈਂਦਾ ਆ ਉਸ ਚਟਾਨ ਨੂੰ ਉਸ ਪ੍ਰੋਬਲਮ ਨੂੰ ਉਹ ਚੂਰਾ ਚੂਰ ਕਰ ਦਿੰਦਾ ਆ ਆਮੇਨ ਸੋ ਸਾਡਾ ਪਰਮੇਸ਼ਵਰ ਦੇ ਵਚਨ ਦੇ ਸਾਹਮਣੇ ਨਥਿੰਗ ਇਜ਼ ਇੰਪੋਸੀਬਲ ਕੋਈ ਵੀ ਨਾਮੁਮਕਿਨ ਚੀਜ਼ ਨਹੀਂ ਹੈ ਸਾਡੇ ਪਰਮੇਸ਼ਵਰ ਦੇ ਸਾਹਮਣੇ ਸੋ ਜਦੋਂ ਆਪਣੇ ਵਚਨਾਂ ਵਿੱਚ ਲਿਖ ਕੇ ਆਪਣੇ ਵਚਨ 'ਚ ਲਿਖਿਆ ਹੈ ਕਿ ਕੀ ਮੇਰੇ ਸਾਹਮਣੇ ਕੋਈ ਨਾਮੁਮਕਿਨ ਚੀਜ਼ ਹੈਗੀ ਹੈ ਉਹ ਵਚਨਾਂ ਦੇ ਸਾਹਮਣੇ ਬੋਲਿਆ ਜਾਂਦਾ ਕਿਉਂਕਿ ਹੁਣ ਸਾਡੇ ਕੋਲੇ ਸਾਡੇ ਪਰਮੇਸ਼ਵਰ ਦਾ ਜਿਹੜਾ ਪ੍ਰੈਜ਼ੈਂਸ ਆ ਉਹ ਵਚਨਾਂ ਦੇ ਰਾਹੀਂ ਸਾਡੇ ਕੋਲੇ ਆਉਂਦੇ ਆ ਕਿਉਂਕਿ ਜਦੋਂ ਸਾਡੇ ਕੋਲ ਵਚਨ ਹੁੰਦਾ ਅਸੀਂ ਵਚਨ ਦੇ ਵਿੱਚ ਜਾਂਦੇ ਆ ਅਸੀਂ ਪਾਕ ਰੂਹ ਦੇ ਪੁੱਤਰ ਆਤਮਾ ਜੀ ਦੇ ਪੂਰੇ ਡੂੰਘਾਈ ਵਿੱਚ ਜਾਂਦੇ ਆ ਤੇ ਸਾਡੇ ਉੱਤੇ ਸਾਡਾ ਪਰਮੇਸ਼ਵਰ ਆਪਣੀ ਰਹਿਮ ਤੇ ਮਿਹਰ ਕਰਦੇ ਨੇ ਆਮੇਨ ਸੋ ਪਰ ਆਪਾਂ ਜਦੋਂ ਕਹਿੰਦੇ ਆ ਕਿ the word of God is like a fire ਕਿ ਪਰਮੇਸ਼ਵਰ ਜਿਹੜਾ ਵਚਨ ਆ ਉਹ ਅੱਗ ਵਰਗਾ ਆ ਉਹ ਥੋੜੇ ਵਰਗਾ ਆ ਤਾਂ ਫਿਰ ਉਹਦਾ ਮਤਲਬ ਕੀ ਹੈ ਕਿ ਅਗਰ ਇਹ ਸਭ ਕੁਝ ਹੈਗਾ ਆ ਹੁਣ ਪਰ ਮੈਨੂੰ ਇਹ ਵਚਨ ਪਤਾ ਹੀ ਨਹੀਂ ਮੈਨੂੰ ਇਹ ਚਲਾਉਣ ਦਾ ਹੀ ਨਹੀਂ ਪਤਾ ਤੇ ਫਿਰ ਇਹ ਵਚਨ ਤਾਂ ਇੱਕ ਤਰ੍ਹਾਂ ਦੀ ਇੱਕ ਕਿਤਾਬ ਬਣ ਗਈ ਹੈ ਕਿ ਨਹੀਂ ਸੋ ਦਿਸ ਮੀਨਸ ਵੀ ਹੈਵ ਟੂ ਨੋ ਦ ਵਰਡ ਆਫ ਗॉड ਸਾਨੂੰ ਪ੍ਰਭੂ ਦਾ ਵਚਨ ਜਾਣਨਾ ਵੀ ਆ ਪਰ ਅਸੀਂ ਪ੍ਰਭੂ ਦੇ ਵਚਨ ਤੇ ਚੱਲਣਾ ਵੀ ਆ ਅਸੀਂ ਉਹ ਵਚਨ ਨੂੰ ਆਪਣੇ ਦਿਲ ਵਿੱਚ ਵੀ ਰੱਖਣਾ ਆ ਉਹਦੇ ਅਨੁਸਾਰ ਹੀ ਤਾਂ ਆਪਾਂ ਜਿੱਤ ਪਾ ਸਕਾਂਗੇ ਕਿਉਂਕਿ ਅਗਰ ਅਸੀਂ ਇਸ ਵਚਨ ਨੂੰ ਚੱਕਾਂਗੇ ਹੀ ਨਹੀਂ ਵਚਨ ਨੂੰ ਪੜਾਂਗੇ ਹੀ ਨਹੀਂ ਪੜ ਲਿਆ ਤਾਂ ਪੜ ਕੇ ਜਿੱਥੇ ਪੜਤਾ ਉੱਥੇ ਹੀ ਛੱਡ ਦੇਵਾਂਗੇ ਉਹਦੀ ਪਾਵਰ ਨੂੰ ਸਮਝਾਂਗੇ ਹੀ ਨਹੀਂ that means ਕਿ we cannot go any further right so ਜਦੋਂ ਆਪਾਂ ਨੂੰ ਪਤਾ ਆ ਕਿ ਚੌਥਾ ਚੈਪਟਰ ਜਿਹੜਾ ਲੂਕਾ ਦੀ ਕਿਤਾਬ ਦਾ ਆ ਉੱਥੇ 3 ਵਾਰੀ
3 ਵਾਰੀ ਪ੍ਰਭੂ ਯਿਸੂ ਨੇ ਸ਼ੈਤਾਨ ਨੂੰ ਜਵਾਬ ਕਿੱਦਾਂ ਦਿੱਤਾ ਸੀਗਾ? ਉਹਨੇ ਕਿਹਾ ਸੀ ਧਰਮ ਗ੍ਰੰਥ ਵਿੱਚ ਇਹ ਲਿਖਿਆ ਹੈ। Amen. So in अंग्रेजी में कह दो कि he always said it is written, मतलब कि उन्हें कोई गैस वर्क नहीं किया सी प्रभु यसू ने, उन्हें जो धर्म ग्रंथ लिखिया सी ਉਹੀ ਬੋਲਿਆ ਸੀਗਾ। सो ਹੁਣ ਸਾਡੇ ਨਾਲ ਭੈਣ ਸੁਰਿੰਦਰ ਆ, ਉਹ ਸਾਨੂੰ ਇੱਕ ਇੱਕ ਆਇਤ ਕਰਕੇ ਜਿੱਦਾਂ ਆਪਾਂ ਨੂੰ ਪੜ੍ਹ ਕੇ ਸੁਣਾਂਗੇ। ਪਹਿਲਾਂ ਉਹ ਲੂਕਾ ਦੀ ਕਿਤਾਬ 4 ਚੈਪਟਰ ਤੇ 4 ਆਇਤ ਪੜ੍ਹ ਕੇ ਸੁਣਾਣਗੇ ਕਿ ਜਦੋਂ ਪ੍ਰਭੂ ਯਿਸੂ ਦਾ ਜਿਹੜਾ ਪਹਿਲਾ ਜਵਾਬ ਸੀ ਉਹਨੇ ਸ਼ੈਤਾਨ ਨੂੰ ਕਿੱਦਾਂ ਦਿੱਤਾ ਸੀਗਾ। ਆਮੇਨ। ਸੋ ਬੇਟਾ ਪੜ੍ਹ ਕੇ ਸੁਣਾ ਲੂਕ ਚੈਪਟਰ 4 ਵਰਸ 4 ਪਲੀਜ਼। ਸਾਰਿਆਂ ਨੂੰ ਜੈ ਮਸੀਹ ਦੀ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਕੀ ਲਿਖਿਆ ਹੈ, ਭਾਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ। ਆਮੇਨ। ਆਮੇਨ। ਹੁਣ ਤੁਸੀਂ ਏਦਾਂ ਹੀ 8ਵਾਂ ਵਰਸ ਪੜੋ, 8 ਵਰਸ ਪੜ੍ਹ ਕੇ ਸੁਣਾਓ ਸਾਨੂੰ। ऐसे किताब हाँ जी या यीशु ने उसको उत्तर दिता, जो लिखिया है भाई, तू प्रभु अपने परमेश्वर को मत्था टेक अते उसे इकल्ले दी उपासना कर। आमीन। हुण इदां ही इदां ही 12वां वर्स पढ़ के सुनाओ सानू प्लीज। यीशु ने ਉਹਨੂੰ उत्तर दिता कि ਇਹ ਕਿਹਾ ਗਿਆ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਆਮੀਨ। ਆਮੀਨ। ਸੋ ਤਿੰਨੇ ਵਾਰੀ ਜਦੋਂ ਸ਼ੈਤਾਨ ਨੇ ਪ੍ਰਭੂ ਯਿਸੂ ਨੂੰ ਪਰਤਾਵੇ 'ਚ ਲੈ ਕੇ ਆਂਦਾ, ਤਿੰਨੇ ਵਾਰੀ ਪ੍ਰਭੂ ਜੀ ਨੇ ਕੀ ਕਿਹਾ? ਇਹ ਧਰਮ ਗ੍ਰੰਥ ਲਿਖਿਆ ਹੋਇਆ ਹੈ, ਇਟ ਇਜ਼ ਰਿਟਨ। ਮਤਲਬ ਕਿ ਪ੍ਰਭੂ ਜੀ ਨੇ ਕੋਈ ਵੀ ਲਫ਼ਜ਼ ਗੈਸ ਨਹੀਂ ਕੀਤਾ। ਪ੍ਰੇਜ਼ ਦ ਲਾਰਡ, ਕਿ ਧੰਨਵਾਦ ਕਰਦੇ ਆ ਕਿ ਸਭ ਕੁਝ ਲਿਖਿਆ ਹੋਇਆ ਸੀ। ਪ੍ਰਭੂ ਜੀ ਕਹਿੰਦੇ ਆ ਕਿ ਇਟ ਇਜ਼ ਰਿਟਨ, ਮਤਲਬ ਕਿ ਸਾਨੂੰ ਗੈਸ ਵਰਕ ਕਰਨ ਦੀ ਜ਼ਰੂਰਤ ਨਹੀਂ, ਨਾ ਹੀ ਤੁਹਾਨੂੰ ਕੋਈ ਗੈਸ ਵਰਕ ਕਰਨ ਦੀ ਜ਼ਰੂਰਤ ਆ, ਕਿਉਂਕਿ ਸਭ ਕੁਝ ਬਾਈਬਲ ਵਿੱਚ ਲਿਖਿਆ ਹੋਇਆ ਆ। ਅਗਰ ਬਾਈਬਲ ਵਿੱਚ ਲਿਖਿਆ ਆ, ਵੀ ਡੋਨਟ ਨੀਡ ਟੂ ਗੈਸ ਨਥਿੰਗ। ਅਸੀਂ ਕੀ ਆ, ਅਸੀਂ ਅਗਰ ਵਚਨ ਨੂੰ ਜਾਣ ਜਾਈਏ, we are the most dangerous people in the world। ਮਤਲਬ ਕਿ ਅਗਰ ਅਸੀਂ ਜਾਣ ਜਾਈਏ ਪ੍ਰਭੂ ਦੇ ਵਚਨ ਨੂੰ, ਉਹਦੇ ਵਚਨਾਂ ਤੇ ਚੱਲੀਏ ਰੱਖੀਏ, ਤਾਂ ਅਸੀਂ ਇਸ ਦੁਨੀਆ ਦੇ ਹਥਿਆਰਾਂ ਨਾਲੋਂ ਵੀ ਇੱਕ most ਖਤਰਨਾਕ ਲੋਕ ਹੋ ਸਕਦੇ ਹਾਂ। ਕਿਉਂਕਿ ਜੋ ਬੋਲੇ ਇਮਾਨਦਾਰੀ ਨਾਲ ਬੋਲੇ, ਉਹ ਵਚਨਾਂ ਦੇ ਅੱਗੇ ਲੈ ਕੇ ਆਈਏ, ਤੇ ਉਹ ਚੀਜ਼ ਨੂੰ ਡਿੱਗਣੀ ਹੀ ਪੈਣੀ ਆ, ਉਹ ਚੀਜ਼ ਨੂੰ ਪੂਰੀ ਹੋਣਾ ਹੀ ਪੈਣਾ ਆ। ਆਮੇਨ। ਸੋ ਦਿਸ ਮੀਨਸ ਕਿ ਜਿਹੜਾ ਪ੍ਰਭੂ ਦਾ ਵਚਨ ਆ ਉਹ ਬਾਈਬਲ ਵਿੱਚ ਲਿਖਿਆ ਹੋਇਆ ਆ। ਉਹ ਸਭ ਕੁਝ, ਸਾਨੂੰ ਕੋਈ ਗੈਸ ਵਰਕ ਦੀ ਜ਼ਰੂਰਤ ਨਹੀਂ ਕਰਨੀ ਪੈਣੀ ਕਿ ਸਾਨੂੰ ਜਾਓ ਉਹ ਚੋਂ ਕੱਢੋ ਔਰ ਪ੍ਰਭੂ ਦੇ ਵਚਨਾਂ ਤੇ ਬੋਲੋ। ਪਰ ਦੇਖੋ ਕਿ ਅਗਰ ਤੁਸੀਂ ਸੰਤ ਯਹੋਨਾ ਜਾਓ, ਉਹਦਾ 6ਵਾਂ ਚੈਪਟਰ ਤੇ ਉਹਦੇ 63 ਵਰਸ ਨੂੰ ਜਾ ਕੇ ਦੇਖੋ ਕਿ ਦੇਖੋ ਉੱਥੇ ਕਿੱਦਾਂ ਲਿਖਿਆ ਹੋਇਆ ਆ। ਸਾਨੂੰ ਭੈਣ ਪੜ੍ਹ ਕੇ ਸੁਣਾਉਣਗੇ। ਇੱਥੇ ਪ੍ਰਭੂ ਯਿਸੂ ਦੇ ਵਰਡ ਹੈ ਕਿ ਪ੍ਰਭੂ ਯਿਸੂ ਇੱਥੇ ਕੀ ਕਹਿ ਰਹੇ ਨੇ। ਸੋ ਜੌਨ ਚੈਪਟਰ 6 ਵਰਸ 63 ਸਾਨੂੰ ਭੈਣ ਪੜ੍ਹ ਕੇ ਸੁਣਾਉਣਗੇ। ਜੋ ਦਾਤਾ ਦਾ ਆਤਮਾ ਹੈ, ਮਾਪ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ, ਉਹ ਆਤਮਾ ਹਨ ਅਤੇ ਜਿਉਣ ਹਨ। Amen. So ਪ੍ਰਭੂ ਜੀ ਕਹਿੰਦੇ the words that I speak unto you, they are spirit and they are life। ਮਤਲਬ ਕਿ ਜਿਹੜੇ ਵਚਨ ਹੁਣੀ ਭੈਣ ਪੜ੍ਹ ਕੇ ਗਏ ਆ, ਜਿੱਦਾਂ ਕਿ ਜਿਹੜੇ ਵਚਨ ਮੈਂ ਤੁਹਾਡੇ ਤੇ ਬੋਲੇ ਨੇ, ਉਹ ਕੋਈ ਐਵੇਂ ਹਵਾ ਜਿੱਦਾਂ ਬੁਲਬੁਲਾ ਨਹੀਂ ਕਿ ਬੋਲਤਾ ਤੇ ਚਲੋ ਹਵਾ 'ਚ ਚਲਾ ਗਿਆ, ਪਰ ਜਿਹੜੇ ਉਹਦੇ ਵਚਨ ਬੋਲੇ ਆ ਉਹ ਆਤਮਾ ਵੀ ਆ, ਉਹ ਜ਼ਿੰਦਗੀ ਵੀ ਆ। ਉਹ ਆਤਮਾ ਦੇ ਵਿੱਚੋਂ ਦੀ ਹੋ ਕੇ ਸਾਨੂੰ ਜ਼ਿੰਦਗੀ ਦਿੰਦੇ ਆ। ਸੋ ਦਿਸ ਮੀਨਸ ਦ ਵਰਡ ਆਫ ਗॉड ਇਜ਼ ਲਾਈਫ। word of God gives us life। ਸਾਨੂੰ ਜਿਹੜਾ ਪ੍ਰਭੂ ਦਾ ਵਚਨ ਆ ਉਹ ਸਾਨੂੰ ਜ਼ਿੰਦਗੀ ਦਿੰਦਾ ਵੀ ਆ, ਸਾਡੇ ਵਿੱਚ ਜਾਨ ਵੀ ਪਾਉਂਦਾ ਆ। ਦੇਖੋ ਅਗਰ ਤੁਸੀਂ ਹਿਬਰਾਨੀਆਂ ਦੀ ਕਿਤਾਬ 4 ਚੈਪਟਰ ਉਹਦੀ 12ਵੀਂ ਆਇਤ ਜਾ ਕੇ ਦੇਖੋ ਕਿ ਦੇਖੋ ਉੱਥੇ ਕਿੱਦਾਂ ਲਿਖਿਆ ਹੋਇਆ ਹੈ ਕਿ what is ਉਹ ਜਿਹੜਾ ਵਚਨ। ਕਿਉਂਕਿ ਹੁਣ ਆਪਾਂ ਕੀ ਕਰਦੇ ਹਾਂ, ਆਪਾਂ always ਆਪਾਂ ਫਾਊਂਡੇਸ਼ਨ ਬਿਲਡ ਕਰਦੇ ਹੁੰਦੇ ਆ ਕਿ ਫਾਊਂਡੇਸ਼ਨ ਜਦੋਂ ਅਸੀਂ ਬਿਲਡ ਕਰਦੇ ਉਹ ਤੋਂ ਬਾਅਦ ਆਪਾਂ ਬਾਈਬਲ ਸਟੱਡੀ ਸ਼ੁਰੂਆਤ ਕਰਦੇ ਆ, ਰਾਈਟ। ਸੋ ਨਾਓ ਵੀ ਆਰ ਸੀਇੰਗ ਕਿ ਪ੍ਰਭੂ ਦਾ ਵਚਨ ਇੱਕ ਆਤਮਾ ਆ, ਪ੍ਰਭੂ ਦਾ ਵਚਨ ਇੱਕ ਜ਼ਿੰਦਗੀ ਆ। ਹੁਣ ਸਾਡੇ ਭੈਣ ਸਾਨੂੰ ਪੜ੍ਹ ਕੇ ਸੁਣਾਉਣਗੇ ਕਿ ਦ ਵਰਡ ਆਫ ਗॉड ਕੀ ਆ। ਅਸੀਂ ਹਿਬਰਾਨੀਆਂ ਦੀ ਕਿਤਾਬ 4 ਚੈਪਟਰ ਉਹਦੀ 12ਵੀਂ ਆਇਤ ਦੇਖਦੇ ਹਾਂ। ਹੀਬਰੂਜ਼ ਚੈਪਟਰ 4 ਵਰਸ 12। ਦੇਖੋ ਇੱਥੇ ਕੀ ਲਿਖਿਆ ਆ। ਹਾਂਜੀ ਹਾਂਜੀ। ਕਿਉਂ ਜੋ ਪਰਮੇਸ਼ਵਰ ਦਾ ਬਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ
ਬੰਦ ਅਤੇ ਗੁੱਦੇ ਨੂੰ ਅੱਡੋ-ਅੱਡ ਕਰਕੇ ਬਿੰਨ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। Amen. Look at that. Look at how strong and the big the word of God is. ਕਿੰਨਾ ਮਹਾਨ ਸਾਡਾ ਪਰਮੇਸ਼ਵਰ ਦਾ ਵਚਨ ਹੈ। ਪਰਮੇਸ਼ਵਰ ਦਾ ਵਚਨ ਜ਼ਿੰਦਾ ਆ, ਐਕਟਿਵ ਆ ਅਤੇ ਉਹ ਦੋ ਧਾਰੀ ਤਲਵਾਰ ਵੀ ਆ। ਮਤਲਬ ਕਿ ਉਹ ਸਾਨੂੰ ਉਹ ਤੁਹਾਨੂੰ ਆਪਾਂ ਨੂੰ ਸ਼ੁੱਧ ਵੀ ਕਰਦਾ ਆ ਤੇ ਜਿੱਥੇ ਅਸੀਂ ਕੋਈ ਖਰਾਬੀ ਕਰਦੇ ਆ ਉਹਦੇ ਉੱਤੇ ਉਹ ਆ ਕੇ ਆਪਣੀ ਦੋ ਧਾਰੀ ਤਲਵਾਰ ਪਾ ਕੇ ਸਾਡੇ ਅੰਦਰ ਗੁਰਦਿਆਂ ਤੇ ਤਿੱਕਰ ਅੰਦਰ ਜਾਂਦਾ ਆ ਤੇ ਸਾਡੇ ਅੰਦਰ ਸਫਾਈ ਵੀ ਪਾਉਂਦਾ ਆ। ਵਰਡ ਆਫ ਗॉड ਇਜ਼ ਅ powerful word of God ਕਿ ਇਹਨੂੰ ਸਿਰਫ ਸਧਾਰਨ ਲੈ ਕੇ ਨਾ ਪੜ੍ਹ ਕੇ ਦੇਖੋ ਕਿ ਪੜ੍ਹ ਲਿਆ ਤੇ ਛੱਡਤਾ, ਪਰ ਅਗਰ ਅਸੀਂ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਜਿੱਤ ਪਾਣਾ ਚਾਹੁੰਦੇ ਆ, ਜਿੱਤ ਲੈਣਾ ਚਾਹੁੰਦੇ ਆ, ਮਾਈ ਲੋਰਡ ਸਪੀਕ ਦ ਵਰਡ ਆਫ ਗॉड। ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀ ਬੋਲੋ ਕਿਉਂਕਿ ਪ੍ਰਭੂ ਕਹਿੰਦਾ ਹੈ ਕਿ ਮੇਰਾ ਵਚਨ ਇੱਕ ਜ਼ਿੰਦਾ ਵਚਨ ਆ। ਇਟਸ ਐਨ ਐਕਟਿਵ। ਜਦੋਂ ਹੁਣ ਮੈਂ ਐਕਟਿਵ ਆ, ਇਹ ਆਨਲਾਈਨ ਤੇ ਕਹਿ ਦੋ ਕਿ ਰਵੀ ਐਕਟਿਵ ਆ, that means ਕਿ I'm living ਇਸੇ ਵਕਤ ਹੀ ਪ੍ਰਭੂ ਯਿਸੂ ਦਾ ਵਚਨ ਲਾਈਵ ਆ ਤੇ ਐਕਟਿਵ ਆ ਤੇ ਉਸੇ ਵਕਤ ਉਹ ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਆ। ਅਗਰ ਉਹ ਵਚਨ ਤੁਸੀਂ ਪੂਰੇ ਇਮਾਨਦਾਰੀ ਦੇ ਨਾਲ, ਬਿਨਾਂ ਸ਼ੱਕ, ਸਮਝਦਾਰੀ ਦੇ ਨਾਲ ਵਰਤੋ, it is bigger than the bomb kind of a thing. Amen. So ਆਪਾਂ ਇੱਥੇ ਕੀ ਦੇਖਦੇ ਹਾਂ ਕਿ ਸਾਨੂੰ ਇੱਥੇ ਇਸ ਵਚਨ ਜੋ ਭੈਣ ਪੜ੍ਹ ਕੇ ਗਿਆ ਪੂਰੀ ਅਸ਼ੋਰੈਂਸ ਦਿੱਤੀ ਆ ਕਿ ਹੁਣ ਤੱਕਰ so far we have gathered ਆਪਾਂ ਕੀ ਦੇਖਿਆ ਆ ਕਿ ਜਦੋਂ ਵੀ ਪ੍ਰਭੂ ਦਾ ਵਚਨ ਆਂਦਾ ਆ ਇਹ ਇੱਕ ਜ਼ਿੰਦਾ ਆ। ਪ੍ਰਭੂ ਦਾ ਵਚਨ ਸਾਨੂੰ ਜ਼ਿੰਦਗੀ ਦਿੰਦਾ ਆ, ਇਹ ਸਾਡੇ ਵਿੱਚ ਜ਼ਿੰਦਗੀ ਲੈ ਕੇ ਵੀ ਆਂਦਾ ਆ। ਅਤੇ ਜਦੋਂ ਯਿਸੂ ਨੇ ਲਾਜ਼ਰਸ ਨੂੰ ਕਿਹਾ ਸੀ, ਜਦੋਂ ਲਾਜ਼ਰਸ ਮਰ ਗਿਆ ਸੀਗਾ ਤੇ ਉਸ ਵਕਤ ਲਾਜ਼ਰਸ ਨੂੰ ਪ੍ਰਭੂ ਯਿਸੂ ਨੇ ਕੀ ਕਿਹਾ ਸੀ ਕਿ ਉਹਨੇ ਪਹਿਲਾਂ ਮੌਤ ਨੂੰ ਰਿਬਿਊਕ ਕੀਤਾ ਸੀ, ਮੌਤ ਨੂੰ ਬਾਈਂਡ ਕੀਤਾ ਸੀ। ਕੀ ਕਿਹਾ ਸੀ? ਸਾਡੇ ਭੈਣ ਸਾਨੂੰ ਹੈਲਪ ਕਰਨਗੇ। ਸੰਤ ਯਹੋਨਾ ਉਹਦੀ 11ਵਾਂ ਚੈਪਟਰ ਤੇ 43 ਵਰਸ ਆਪਾਂ ਜਾਂਦੇ ਹਾਂ। ਸੋ ਜੌਨ ਚੈਪਟਰ 11 ਵਰਸ 43 ਸਾਨੂੰ ਭੈਣ ਪੜ੍ਹ ਕੇ ਸੁਣਾਉਂਦੇ ਕਿ ਦੇਖੋ ਇੱਥੇ ਕੀ ਲਿਖਿਆ ਆ ਕਿ ਜਦੋਂ ਲਾਜ਼ਰਸ ਮਰ ਗਿਆ ਸੀ, ਹਾਊ ਡਿਡ ਜੀਸਸ ਰੇਜ਼, ਕਿੱਦਾਂ ਪ੍ਰਭੂ ਨੇ ਲਾਜ਼ਰਸ ਨੂੰ ਜ਼ਿੰਦਾ ਕੀਤਾ ਸੀਗਾ। ਸੋ ਭੈਣ ਸਾਨੂੰ ਪੜ੍ਹ ਕੇ ਸੁਣਾਓ ਪਲੀਜ਼। ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਕਿ ਲਾਜ਼ਰ ਬਾਹਰ ਆ। ਆਮੀਨ। ਲਾਜ਼ਰਸ ਬਾਹਰ ਆ। That's all he said. ਇਹੀ ਸਿਰਫ ਪ੍ਰਭੂ ਯਿਸੂ ਨੇ ਕਿਹਾ। ਪ੍ਰਭੂ ਯਿਸੂ ਨੇ ਇੱਕ ਮੁਰਦੇ ਬੰਦੇ ਨੂੰ ਉਹਦਾ ਨਾਮ ਲੈ ਕੇ, ਨਾਮ ਕਿਉਂ ਲਿਆ? ਕਿਉਂਕਿ ਪ੍ਰਭੂ ਯਿਸੂ ਦੇ ਵਚਨਾਂ ਵਿੱਚ ਇੰਨੀ ਤਾਕਤ ਸੀ। ਅਗਰ ਕਹਿ ਦਿੰਦਾ ਉਹ ਬਾਹਰ ਆ ਜਾ, ਉਹ ਕੱਲੇ ਲਾਜ਼ਰਸ ਨੇ ਬਾਹਰ ਨਹੀਂ ਆਣਾ ਸੀ, ਹਰ ਮੁਰਦੇ ਨੇ ਜੋ ਪ੍ਰਭੂ ਵਿੱਚ ਮੁਰਦੇ ਸੀਗੇ ਉਹਨਾਂ ਨੇ ਸਭ ਨੇ ਬਾਹਰ ਆ ਕੇ ਮੁਰਦਿਆਂ ਨੇ ਖੜੇ ਹੋ ਜਾਣਾ ਸੀ। ਇਸੇ ਲਈ ਪ੍ਰਭੂ ਨੂੰ ਪਤਾ ਸੀ ਕਿ ਮੇਰੇ ਵਚਨ 'ਚ ਕਿੰਨੀ ਡੂੰਘਾਈ ਹੈ, ਕਿੰਨੇ ਪਾਵਰ ਆ ਕਿ ਉਸਨੇ ਆ ਕੇ ਆਪਣਾ ਸਿਰਫ ਲਾਜ਼ਰਸ ਦਾ ਨਾਮ ਲਿਆ ਕਿ ਲਾਜ਼ਰਸ ਬਾਹਰ ਆ ਜਾ। ਤੇ ਗਾਂ ਦੀ ਵਰਸ ਜਦੋਂ 44 ਵਿੱਚ ਆਪਾਂ ਦੇਖਦੇ ਹਾਂ ਕਿ ਉਹ ਮੁਰਦਾ ਬੰਦਾ ਬਾਹਰ ਆ ਗਿਆ। ਉਹ ਮੁਰਦਾ ਬੰਦਾ ਦੇਖੋ ਬਾਹਰ ਆ ਗਿਆ, ਪ੍ਰਭੂ ਬੋਲੇ ਤੇ ਮੁਰਦਾ ਜਾਗਿਆ ਤੇ ਉਹ ਲਾਈਕ ਜਸਟ ਵਾਕਡ ਆਊਟ। ਹੁਣ ਤੁਸੀਂ ਦੇਖੋ ਕਿ ਉਹ ਜਿਹੜਾ ਮੁਰਦਾ ਬੰਦਾ ਸੀ, ਸਾਨੂੰ ਚਲੋ ਭੈਣ ਪੜ੍ਹ ਕੇ ਇਹ ਸੁਣਾਉਣਗੇ। ਬੇਟਾ ਸਾਨੂੰ 44 ਵੀ ਪੜ੍ਹ ਕੇ ਸੁਣਾਓ ਪਲੀਜ਼। ਹਾਂਜੀ। ਉਹ ਜਿਹੜਾ ਮੋਇਆ ਹੋਇਆ ਸੀ, ਕਫਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿਕਲ ਆਇਆ ਔਰ ਉਹਦੇ ਮੂੰਹ ਉੱਤੇ ਰੁਮਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ ਉਹਨੂੰ ਖੋਲੋ ਅਤੇ ਜਾਣ ਦਿਓ। ਆਮੀਨ। ਆਮੀਨ। ਸੋ ਇੱਕ ਮੁਰਦਾ ਬੰਦਾ ਬਾਹਰ ਆ ਰਿਹਾ ਆ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਬੰਨਿਆ ਹੋਇਆ ਸੀ, ਪਰ ਹਾਊ ਡਿਡ ਹੀ ਵਾਕ ਆਊਟ? ਉਹ ਬਾਹਰ ਕਿੱਦਾਂ ਤੁਰ ਕੇ ਆ ਗਿਆ? ਇਹ ਵੀ ਪ੍ਰਭੂ ਦਾ ਵਚਨ, ਕਿਉਂਕਿ ਪ੍ਰਭੂ ਦਾ ਵਚਨ ਬੋਲਿਆ। ਹੁਣ ਦੇਖੋ ਆਪਾਂ ਨੂੰ ਇੱਥੇ ਦੱਸਿਆ ਗਿਆ ਆ ਕਿ ਉਹਦੇ ਉੱਤੇ ਕਫਨ ਸੀ, ਕਫਨ ਨੇ ਤਾਂ ਕੱਪੜਾ ਤਾਂ ਪਾਇਆ ਨਹੀਂ ਹੋਣਾ। ਉਹ ਜਿਹੜੇ ਅਗਰ ਤੁਸੀਂ ਜੂਇਸ਼ ਕਸਟਮ ਦੇ ਵਿੱਚ ਦੇਖੋ, ਉਹਨਾਂ ਜਿਹੜਾ ਸਾਰਾ ਸਰੀਰ ਸੀ ਬੰਨ੍ਹਦੇ ਹੁੰਦੇ ਸੀ, ਪੱਟੀਆਂ ਵਾਂਗ ਏਦਾਂ ਬੰਨ੍ਹਦੇ ਹੁੰਦੇ ਸੀਗੇ। ਸੋ ਦਾ ਬੰਦਾ ਵਾਸ ਟੇਪਡ ਅਪ, ਪਰ ਉਹਨੂੰ ਕੋਈ ਅੰਦਰੋਂ ਲੈਣ ਨਹੀਂ ਗਿਆ ਸੀ। ਉਹ ਖੁਦ ਕਫਨ ਦੇ ਨਾਲ, ਖੁਦ ਉਸ ਟੂਮ ਦੇ ਵਿੱਚੋਂ, ਗ੍ਰੇਵ ਦੇ ਵਿੱਚੋਂ ਖੁਦ ਤੁਰ ਕੇ ਬਾਹਰ ਆਇਆ। ਕਿਉਂਕਿ ਜਦੋਂ ਸਾਡਾ ਪਰਮੇਸ਼ਰ ਬੋਲਦਾ ਆ, ਹਰ ਚੀਜ਼ ਨੂੰ ਸਿੱਧਾ ਹੋਣਾ ਪੈਂਦਾ ਆ। ਸੋ ਹੁਣ ਮੈਂ ਕਹਿੰਦੀ ਕਿ ਆਪਾਂ ਡੈਕਲੇਰੇਸ਼ਨ ਕਰਦੇ ਹਾਂ, ਆਪਾਂ ਐਲਾਨ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਐਸਾ ਲਾਜ਼ਰਸ ਜੋ ਬੈਠਾ ਆ, ਮੁਰਦਾ ਬੈਠਾ ਆ, ਉਹਨੂੰ ਕਹੋ ਉਸ ਲਾਜ਼ਰਸ ਨੂੰ ਜੀ ਉੱਠ।
ਆਮੇਨ। ਉਹਨਾਂ ਨੂੰ ਤੁਸੀਂ ਤੁਹਾਨੂੰ ਆਪਣੀ ਜ਼ਿੰਦਗੀ ਆਪਾਂ ਕਿਹਾ ਸੀ ਕਿ ਅੱਜ ਅਸੀਂ ਵਚਨ ਲਵਾਂਗੇ, ਜਿੱਦਾਂ ਜਿੱਦਾਂ ਅਸੀਂ ਵਚਨ ਪੜਾਂਗੇ, ਜਿੱਦਾਂ ਜਿੱਦਾਂ ਅਸੀਂ ਪਰਮੇਸ਼ਵਰ ਦੇ ਡੈਕਲੇਰੇਸ਼ਨ ਆਪਣੀ ਜ਼ਿੰਦਗੀਆਂ 'ਚ ਅਸੀਂ ਕਰਾਂਗੇ। ਸੋ ਹੁਣ ਮੈਂ ਤੁਹਾਨੂੰ ਆਖਦੀ ਹਾਂ ਕਿ ਲੈਟਸ ਡਿਕਲੇਅਰ ਕਿ ਜੋ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਇਸ ਵਕਤ ਕੋਈ ਲਾਜ਼ਰਸ ਹੈਗਾ ਆ ਜਿਹਨੂੰ ਕਿ ਅਸੀਂ ਉਹ ਜਗਾਉਣਾ ਆ, ਉਸ ਮੁਰਦੀ ਚੀਜ਼ ਨੂੰ। ਲੈਟਸ ਸਪੀਕ ਦ ਵਰਡ ਆਫ ਗॉड। ਚਲੋ ਆਪਾਂ ਹੁਣ ਪ੍ਰਭੂ ਦਾ ਵਚਨ ਬੋਲੀਏ ਉਹਦੇ ਵਿੱਚ ਇਹ ਕਿ ਹੇ ਲਾਜ਼ਰਸ ਜ਼ਿੰਦਾ ਹੋ ਜਾ। ਉਹ ਸ਼ੈਤਾਨ ਨੂੰ ਕਿ ਛੱਡ, ਗੈਟ ਆਊਟ, ਕਿਉਂਕਿ ਮੈਂ ਪ੍ਰਭੂ ਦੇ ਵਿੱਚ ਜੇਤੂ ਤੋਂ ਵੀ ਜੇਤੂ ज्यादा है। आमीन। कहो उस कैंसर नु लीव माय बॉडी, अभी इसी वक्त मेरे शरीर नु छड़ के दूर हो जा यीशु के नाम दे विच, क्योंकि तुसी प्रभु दे खून दे नाल खरीदे होए हो। आमीन। सो आज तुसी किसे जो थाडी जिंदगी विच है, चलो आज आपां इकट्ठे होके दुआ करिए। कोई भी साडी जिंदगी विच इस वक्त कोई भी दिल दे विच प्रॉब्लम, जिद्दां कोई साडी लाइफ विच प्रॉब्लम है, कोई ऐसा काम होया वा जिहड़ा कि थानू सिर्फ पता है कि सिर्फ प्रभु दा वचन थानू आजाद कर सकदा। आज लेट्स स्पीक कि लाजरस कम आउट, लाजरस get out of your grave, कि अपने इस कबर दे विचों निकल आ इन जीसस माइटी नेम। है आज मैं प्रभु अगे दुआ करदी हां कि किसी दी बॉडी जो सानू आज देख रहे ने या सुन रहे ने या जिहड़े सुनेंगे, अगर थाडी बॉडी विच कोई बीमारी है, कोई कैंसर है, आज अभी इसी वक्त अजी यीशु के नाम से कहने हैं कि ओ बॉडी अभी इसी वक्त हील हो जाए इन जीसस माइटी नेम। कोई एलर्जी है थाडी बॉडी दे विच, आई कमांड दैट एलर्जी, उस एलर्जी नू उस बॉडी दे विचों छड्डना पैना, क्योंकि प्रभु दे यीशु दे कोड़े खान दे नाल ओ एलर्जी चंगी हो गई है इन जीसस माइटी नेम। अगर किसी को कोई फीवर है, कोई बुखार है, अभी असी यीशु के नाम डिक्लेयर करते हैं कि वह फीवर उन्होंने छड्ड के, अभी उस शरीर नू छड्ड के, जिन्हां दे कन्नां दे विच आवाज़ जाती है, उस फीवर नू छड्ड के जाना पैना है इन जीसस माइटी नेम। अगर किसी दे घरे कोरोना आई है, साडे परमेश्वर का वचन कोरोना के वायरस तो, यह महामारी तो वायरस बहुत महान है। आज असी उत्थे प्रभु का वचन भेजते हैं, प्रभु का खून भेजते हैं प्रभु जी, कि आज वो परिवार तेरे नाम विच बिल्कुल उस कोरोना वायरस तो आजाद हो जाए, यीशु के नाम से नाच मंगते हैं। आज अगर किसी घर दे विच लाजरस के हिसाब अगों लड़ाई पई हुई है, आज प्रभु यीशु का वचन भेजते हैं, वो शैतान असी हुक्म करते हैं कि उस घर नू छड्ड के अभी इसी वक्त चलिया जावे, बिकॉज दैट फैमिली हैज बीन परचेस्ड बाय द ब्लड ऑफ लैम। साडे परमेश्वर के खून के नाल वो सारा परिवार खरीदिया होया है, यीशु के नाम से मंगते हैं। आज किसी घरे कोई भी बैड न्यूज़ आई है, आज असी उस न्यूज़ नू, आज असी उस परतावे नू यीशु के नासी नाम दे विच असी उस न्यूज़ नू कहने हैं कि सीधी होके गुड न्यूज़ बन जाए, यीशु के नाम से मंगते हैं। हर वो काम जिथे शैतान ने अपना कांटा मारिया है, आज असी प्रभु यीशु के नाम दे विच उस काम दे उत्ते असी टिक मारते हैं, असी डिक्लेयर करते हैं कि वो काम प्रभु दे विचों दी होके प्रभु महिमा लै, अते उस काम दे विच तुसी अपनी महिमा लवो प्रभु जी, वो काम शुद्ध करो, क्योंकि प्रभु जी आज असी सब तेरे नाम दे विच बैठे हुए हैं। आमीन एंड आमीन। असी जदों असी प्रभु दे विच ऐलान करता, साडा प्रभु हर चीज, हर मुर्दे चीज नू जिंदा करने वाला परमेश्वर, आज असी हर उस मुर्दी फाइल दे विच जिथे बच्चों के फाइल्स लगे हुए ने, जिन्होंने वीजेस लगे हुए ने या वीजे इनकार हुए ने, आज असी प्रभु जी तेरे अगे वो फाइलां लैके आने आ, एक एक फाइल प्रभु जी उहदे विच असी तेरी जान पाने आ प्रभु जी, ओ फाइल बिल्कुल तेरे नाम दे विच असी डेक्लेरेशन ऑफ विनिंग कहने आ प्रभु जी, ओ विन होवे, हर किसी वीजे मिलन प्रभु जी जो तेरे नाम च वेट करते पे ने। अगर किसी नू रॉन्ग इनकार मिल गया प्रभु जी, आज असी उस इनकार नू हाँ दे विच यीशु के नाम से बदल दिंदे आ इन जीसस माइटी नेम प्रभु जी, क्योंकि उस फाइलां ते तेरे एंजल्स बैठे होन पिता परमेश्वर जी, असी यीशु के नाम से मंगते हैं। आमीन एंड आमीन। सो देखो सानू की पता है, असी प्रभु दे अगे की कहते हैं कि प्रभु जी तेरा वचन है, जदों असी अपना वचन बाय फेथ उत्ते अप्लाई करते हैं, ओह वचन पूरा होना ही होना है। हुण देखो अगर तुसी फिलिपियां दा किताब 4 चैप्टर उहदी 19वीं पढ़ो, साडे भैन सानू पढ़ के सुनाणगे कि साडा परमेश्वर किन्ना महान है। वो कहंदा कि मैं अपने साडियां सब लोड़ां
सब लोड़ा अपनी अपनी अमीरी अपनी ग्लोरीअस के थ्रू साड़ियां पूरियां कर सकदा। साडा प्रभु एक सिर्फ अमीर नहीं, वो अमीरां दा अमीर है, वो सब तो ज्यादा अमीर है। आमीन। ओदी ग्लोरीअस थ्रू हिज ग्लोरीअस riches everything is possible. So Philippians chapter 4 verse 19 साडे भैन पढ़ के सानू सुनाणगे कि देखो साडा प्रभु he can cancel any shortages। कोई घटी है आज प्रभु इस वचन दे राही थाडी हर घटी नू प्रभु पूरी करन जा रहा है। Amen। So let's read Philippians chapter 4 verse 19 please। ਅਤੇ ਮੇਰਾ ਪਰਮੇਸ਼ਵਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੋੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ। Amen। So चलो ਆਪਾਂ ਇਹ ਵਚਨ ਲਈਏ ਤੇ ਅੱਜ ਆਪਾਂ ਆਪਣੇ ਫਾਈਨੈਂਸਿਸ ਨੂੰ, ਆਪਣੇ ਪੈਸੇ ਧੇਲੇ ਨੂੰ, ਆਪਣੀ ਬਿਜ਼ਨੈਸਸ ਨੂੰ, ਆਪਣੇ ਖਜ਼ਾਨਿਆਂ ਨੂੰ, ਆਪਣੇ ਬੱਚਿਆਂ ਦੇ ਖਜ਼ਾਨਿਆਂ ਨੂੰ ਅਸੀਂ ਸਪੀਕ ਕਰੀਏ ਕਮ ਇਨਟੂ ਲਾਈਨ, ਬਿਲਕੁਲ ਜਿੱਦਾਂ ਦਾ ਪ੍ਰਭੂ ਦਾ ਵਚਨ ਲਿਖਿਆ ਆ ਉਸ ਲਾਈਨ ਦੇ ਵਿੱਚ ਆ, ਕਿਉਂਕਿ ਸਾਡੇ ਪ੍ਰਭੂ ਦੇ ਵਚਨ 'ਚ ਲਿਖਿਆ ਹੋਇਆ ਆ ਕਿ ਮਾਈ ਗॉड ਸ਼ੈਲ ਸਪਲਾਈ ਆਲ ਮਾਈ ਨੀਡਸ, ਕਿ ਮੇਰੇ ਪ੍ਰਭੂ ਮੇਰੀਆਂ ਹਰ ਘਟੀਆਂ ਆਪਣੇ ਵਚਨਾਂ ਦੇ ਰਾਹੀਂ ਆਪਣੇ ਰਿਚਸ ਦੇ ਰਾਹੀਂ ਪੂਰੀਆਂ ਕਰੇਗਾ। ਪ੍ਰਭੂ ਕਹਿੰਦਾ ਆ ਕਿ ਮੇਰਾ ਪਰਮੇਸ਼ਰ ਤੁਹਾਡੇ ਸਭ ਲੋੜਾਂ ਨੂੰ ਮਸੀਹ ਯਿਸੂ ਦੇ ਦੁਆਰੇ ਆਪਣੇ ਪੂਰੇ ਭਰੇ ਖਜ਼ਾਨੇ ਵਿੱਚ ਪੂਰਾ ਕਰੇਗਾ। ਅਤੇ ਪ੍ਰਭੂ ਦੇ ਖਜ਼ਾਨੇ ਕੋਈ ਛੋਟੇ ਨਹੀਂ ਕਿ ਥੋੜੇ ਭਰ ਜਾਣਗੇ। ਸੋ ਅੱਜ ਚਲੋ ਆਪਾਂ ਆਪਣੇ ਫਾਈਨੈਂਸਿਸ ਨੂੰ ਬੋਲੀਏ ਇਨ ਜੀਸਸ ਨੇਮ ਵੀ ਡਿਕਲੇਅਰ ਐਵਰੀ finance of our businesses, finance of our churches, ਸਾਡੇ ਚਰਚਾਂ ਦੇ ਫਾਈਨੈਂਸਿਸ ਹੈ, ਚਾਹੇ ਸਾਡੇ ਮਾਂ-ਬਾਪ ਦੇ ਫਾਈਨੈਂਸ ਹੈ, ਸਾਡੇ ਘਰ ਦੇ ਫਾਈਨੈਂਸ ਹੈ, ਬੱਚਿਆਂ ਦੇ ਪੈਸੇ ਧੇਲਾ ਹਰ ਅੱਜ ਅਸੀਂ ਯਿਸੂ ਕੇ ਨਾਮ ਨਾਲ ਕਹਿੰਦੇ ਆ ਬਿਲਕੁਲ ਜਿੱਦਾਂ ਪ੍ਰਭੂ ਦਾ ਵਚਨ ਆ ਉਹਦੇ ਨਾਲ ਅਲਾਈਨ ਹੋਵੋ, ਕਿਉਂਕਿ ਸਾਡੇ ਪ੍ਰਭੂ ਕਹਿੰਦਾ ਆ ਕਿ ਮੈਂ ਤੁਹਾਡਾ ਚਰਵਾਹਾ ਆ। ਜਿਹਦਾ ਪ੍ਰਭੂ ਯਿਸੂ ਚਰਵਾਹਾ ਆ ਉਹਦੇ ਘਰ ਦੇ ਵਿੱਚ ਕਿਸੇ ਲੋੜ ਕਿਸੇ ਤਰ੍ਹਾਂ ਦੀ ਘਟੀ ਨਹੀਂ ਹੋ ਸਕਦੀਗੀ। ਸੋ ਚਲੋ ਅਸੀਂ ਦੁਆ ਕਰੀਏ ਕਿ ਪ੍ਰਭੂ ਜੀ ਅੱਜ ਜੋ ਮੇਰੇ ਨਾਲ ਭੈਣ ਭਰਾ ਲੱਗੇ ਹੋਏ ਨੇ, ਜੋ ਮੇਰੇ ਬਿਨਾ ਭੈਣ ਭਰਾ ਇੰਟਰਨੈਟ ਤੇ ਲੱਗੇ ਹੋਏ ਨੇ, ਜ਼ੂਮ ਰਾਹੀਂ ਲੱਗੇ ਹੋਏ ਨੇ, ਫੋਨ ਰਾਹੀਂ ਲੱਗੇ ਹੋਏ ਨੇ, ਅੱਜ ਪ੍ਰਭੂ ਜੀ ਅਸੀਂ ਦੁਆ ਕਰਦੇ ਹਾਂ ਕਿ ਹਰ ਇੱਕ ਦੇ ਫਾਈਨੈਂਸਿਸ, ਹਰ ਇੱਕ ਦੇ ਘਰ ਦੇ ਵਿੱਚ ਪੈਸਾ ਧੇਲਾ ਪ੍ਰਭੂ ਜੀ ਇੰਨੀ ਭਰਪੂਰੀ ਨਾਲ ਤੂੰ ਭਰਪੂਰ ਕਰ ਦੇ ਜਿੰਨਾ ਪ੍ਰਭੂ ਜੀ ਤੁਸੀਂ ਭਰਪੂਰ ਆਪਣੇ ਖਜ਼ਾਨਿਆਂ ਤੋਂ ਪ੍ਰਭੂ ਜੀ ਸਾਡੀਆਂ ਲੋੜਾਂ ਪੂਰੀਆਂ ਕਰ ਪਿਤਾ ਪਰਮੇਸ਼ਰ ਜੀ। ਸਾਨੂੰ ਪ੍ਰਭੂ ਜੀ ਤੁਸੀਂ ਆਪਣੇ ਵਚਨ 'ਚ ਲਿਖਿਆ ਆ ਕਿ ਤੁਹਾਨੂੰ ਮੈਂ ਇੰਨਾ ਧਨੀ ਕਰ ਦੇਵਾਂਗੇ ਹਰ ਖੂੰਜੇ ਵਿੱਚ ਕਿ ਤੁਸੀਂ ਰੱਖ ਕੇ ਭੁੱਲੋਗੇ, ਪਰ ਮੈਂ ਤੁਸੀਂ ਰੱਖਦੇ ਥੱਕ ਜਾਓਗੇ, ਪਰ ਮੈਂ ਦੰਦਾ ਕਦੇ ਨਹੀਂ ਥੱਕੇਗਾ। ਪ੍ਰਭੂ ਜੀ ਅੱਜ ਸਾਡੀ ਜ਼ਿੰਦਗੀ ਵਿੱਚ ਸੱਚਮੁੱਚ ਪਿਤਾ ਜੀ ਮੈਨੇ ਸਭਨਾ ਬੱਚੇ ਜੋ ਸਾਡੇ ਨਾਲ ਲੱਗੇ ਹੋਏ ਨੇ, ਸਭਨਾ ਜੋ ਸਿਆਣੇ ਸਾਡੇ ਨਾਲ ਲੱਗੇ ਹੋਏ ਨੇ, ਸਭਨਾ ਦੇ ਘਰਾਨਿਆਂ ਨੂੰ ਮੈਂ ਤੇਰੇ ਅੱਗੇ ਲੈ ਕੇ ਆਨੀ ਮੇਰੇ ਪਿਤਾ ਪਰਮੇਸ਼ਰ ਜੀ। ਮੈਂ ਆਪਣੇ ਘਰਾਨੇ ਨੂੰ ਵੀ ਆਪਣੇ ਵੀ ਪ੍ਰਭੂ ਜੀ ਖਜ਼ਾਨੇ ਨੂੰ ਤੇਰੇ ਅੱਗੇ ਲੈ ਕੇ ਆਨੀ ਪਿਤਾ ਪਰਮੇਸ਼ਰ ਜੀ। ਅੱਜ ਤੇਰਾ ਕੰਮ ਉਹ ਹੋਵੇ ਪਿਤਾ ਪਰਮੇਸ਼ਰ ਜੀ ਜੋ ਕਦੇ ਵੀ ਕਿਤੇ ਕਿਸੇ ਦੀ ਜ਼ਿੰਦਗੀ 'ਚ ਹੋਇਆ ਨਾ ਹੋਵੇ। ਅੱਜ ਪਿਤਾ ਪਰਮੇਸ਼ਰ ਜੀ ਅਸੀਂ ਤੇਰੇ ਨਾਮ ਦੇ ਵਿੱਚ ਕਹਿੰਦੇ ਆ ਕਿ ਸਾਡੇ ਇਨ ਹੱਥਾਂ ਦੇ ਕੰਮਾਂ ਨੂੰ ਇੰਨੀ ਬਰਕਤ ਦੇ ਪਿਤਾ ਪਰਮੇਸ਼ਰ ਜੀ ਕਿ ਪ੍ਰਭੂ ਜੀ ਅਸੀਂ ਪ੍ਰਭੂ ਜੀ ਹਰ ਪਾਸਿਓਂ ਸਾਨੂੰ ਕਿਤੇ ਘਟੀ ਨਾ ਹੋਵੇ, ਬਲਕਿ ਪ੍ਰਭੂ ਜੀ ਅਸੀਂ ਸ਼ਾਈਨਿੰਗ ਸਟਾਰਸ ਹੋਈਏ ਪਿਤਾ ਪਰਮੇਸ਼ਰ ਜੀ। ਜਿਸ ਬਿਜ਼ਨਸ ਦੇ ਵਿੱਚ ਹੱਥ ਪਾਈਏ ਪ੍ਰਭੂ ਜੀ ਉਹ ਬਿਜ਼ਨਸ ਇਹਨਾਂ ਦਿਲਾਂ ਵਿੱਚ ਵੀ ਫਲਵੰਤ ਹੋਵੇ ਪਿਤਾ ਪਰਮੇਸ਼ਰ ਜੀ। ਜਿੱਦਾਂ ਪ੍ਰਭੂ ਜੀ ਜਿੱਥੇ ਜੋਸੇਫ ਜਾਂਦਾ ਸੀ, ਚਾਹੇ ਉਹ ਜੇਲ੍ਹ ਦੇ ਵਿੱਚ ਸੀ, ਚਾਹੇ ਉਹ ਪੋਟੀਫਰ ਦੇ ਘਰ ਦੇ ਵਿੱਚ ਸੀ, ਚਾਹੇ ਜਦੋਂ ਉਹ ਮਿਸਰ ਦਾ ਪ੍ਰਭੂ ਜੀ ਪ੍ਰਾਈਮ ਮਿਨਿਸਟਰ ਬਣ ਗਿਆ, ਹਰ ਪਾਸੇ ਪਿਤਾ ਜੀ ਤੇਰਾ ਫੇਵਰ ਉਹ ਤੇ ਫੋਲੋ ਕਰਦਾ ਸੀ। ਪ੍ਰਭੂ ਜੀ ਅੱਜ ਮੈਂ ਦੁਆ ਕਰਦੀ ਹਾਂ ਸਭ ਸੁਣਨ ਵਾਲਿਆਂ ਉੱਤੇ ਪਿਤਾ ਪਰਮੇਸ਼ਰ ਜੀ ਅੱਜ ਤੇਰਾ ਫੇਵਰ ਫੋਲੋ ਕਰੇ ਹਰ ਇੱਕ ਨੂੰ ਪਿਤਾ ਪਰਮੇਸ਼ਰ ਜੀ। ਲੈਟ ਯੂਰ ਫੇਵਰ ਫੋਲੋ ਐਵਰੀਬਡੀ, ਤੇਰਾ ਮਿਹਰ ਭਰਿਆ ਹੱਥ ਸਭਨਾ ਤੇ ਹੋਵੇ। ਅਸੀਂ ਯਿਸੂ ਕੇ ਨਾਮ 'ਚ ਮੰਗਦੇ ਮੇਰੇ ਖੁਦਾਵੰਦਾਂ ਦੇ ਖੁਦਾਵੰਦ ਪ੍ਰਭੂਆਂ ਦੇ ਪ੍ਰਭੂ ਕਿਸੇ ਦੇ ਪਿਤਾ ਪਰਮੇਸ਼ਰ ਜੀ ਘਟੀ ਨਹੀਂ ਹੋ ਸਕਦੀ। ਪ੍ਰਭੂ ਜੀ ਅਸੀਂ ਅੱਜ ਸਾਰੇ ਇਕੱਠੇ ਭੈਣ ਭਰਾ ਅਸੀਂ ਡਿਕਲੇਅਰ ਕਰਦੇ ਹਾਂ ਕਿ ਹਰ ਇੱਕ ਦੇ ਘਰਾਂ ਦੇ ਉੱਤੋਂ ਪਿਤਾ ਪਰਮੇਸ਼ਰ ਜੀ ਪ੍ਰੋਬਲਮ ਦੂਰ ਹੋ ਗਈਆਂ ਇਨ ਜੀਸਸ ਮਾਈਟੀ ਨੇਮ। ਸੁਣਨ ਵਾਲਿਆਂ ਦੇ ਪ੍ਰਭੂ ਜੀ ਜੋ ਸੁਣ ਰਹੇ ਨੇ ਪ੍ਰਭੂ ਜੀ ਤੇਰਾ ਵਚਨ ਜਾਣਦਾ ਆ ਅਤੇ ਪ੍ਰਭੂ ਜੀ ਤੇਰਾ ਵਚਨ ਜ਼ਿੰਦਗੀ ਆ, ਹਰ ਇੱਕ ਦੇ ਘਰਾਂ ਵਿੱਚ ਜ਼ਿੰਦਗੀ ਆ ਪਿਤਾ ਪਰਮੇਸ਼ਰ ਜੀ, ਹਰ ਇੱਕ ਦੇ ਘਰਾਂ ਵਿੱਚ ਪਿਤਾ ਪਰਮੇਸ਼ਰ ਜੀ ਵਾਧਾ ਆ ਪਿਤਾ ਪਰਮੇਸ਼ਰ ਜੀ। ਤੇਰੀ ਮਿਹਰ ਤੇ ਕਿਰਪਾ ਪ੍ਰਭੂ ਜੀ ਆ ਕੇ ਸੈੱਟ ਹੋ ਗਈ ਹੈ ਪ੍ਰਭੂ ਜੀ ਸਾਡੇ ਅੰਦਰ। ਤੇਰਾ ਵਚਨ ਪ੍ਰਭੂ ਜੀ ਇੰਨੇ ਪੂਰੇ ਮਹਾਨਤਾ ਦੇ ਨਾਲ ਦੌੜੇ ਪਿਤਾ ਪਰਮੇਸ਼ਰ ਜੀ। ਅਸੀਂ ਯਿਸੂ ਕੇ ਨਾਮ 'ਚ ਮੰਗਦੇ ਹਾਂ। ਆਮੇਨ ਆਮੇਨ
ਹੁਣ ਆਪਾਂ ਗਾਂ ਦੇਖਦੇ ਹਾਂ ਕਿ ਜਿਹੜਾ ਪ੍ਰਭੂ ਯਸੂ ਆ ਉਹ 8ਵਾਂ ਚੈਪਟਰ ਤੇ 51 ਵਿੱਚ ਕੀ ਸਾਨੂੰ ਦੱਸਦੇ ਆ। ਉਹਦੇ ਵਿੱਚ ਸਾਡੇ ਨਾਲ ਇੱਕ ਪ੍ਰਭੂ ਬਹੁਤ ਡੂੰਘਾਈ ਦੇ ਨਾਲ ਸਾਨੂੰ ਕੁਝ ਦੱਸਣ ਜਾ ਰਿਹਾ ਤੇ ਆਪਾਂ ਉਸ ਵਚਨ ਨੂੰ ਪੜ੍ਹੀਏ। ਸੋ ਇਫ ਵੀ ਲੁੱਕ ਐਟ John chapter 8 verse 51 ਕਿ ਦੇਖੋ ਇੱਥੇ ਪ੍ਰਭੂ ਸਾਨੂੰ ਇੱਕ ਬਹੁਤ ਚੀਜ਼ ਸਾਨੂੰ ਸਮਝਾ ਰਹੇ ਨੇ। ਇਹ ਅਗਰ ਆਪਾਂ ਡੈਕਲੇਰੇਸ਼ਨ ਕਰ ਰਹੇ ਹਾਂ ਪਰ ਇਹਨਾਂ ਦੇ ਨਾਲ ਅਸੀਂ ਜਦੋਂ ਆ ਵਚਨ ਆਪਣੇ ਨਾਲ ਰੱਖਦੇ ਹਾਂ ਸਾਡੇ ਜਿੱਦਾਂ ਕਹਿੰਦੇ ਕਿ our results are is getting better and better, amen। so ਭੈਣ ਸਾਡੇ ਲਈ ਮਦਦ ਕਰੋਗੇ। so John 8:51 please। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਬਚਨ ਦੀ ਪਾਲਣਾ ਕਰੇ ਤਾਂ ਉਹ ਮੁੱਲੋਂ ਕਦੇ ਮੌਤ ਨਾ ਦੇਖੇਗਾ। Amen। Look at that। ਇਹ ਪ੍ਰਭੂ ਕਹਿੰਦੇ ਜੇ ਤੁਸੀਂ ਮੇਰੇ ਵਚਨ ਦੀ ਪਾਲਣ ਕਰੋਗੇ, if you keep my words, ਅੰਗਰੇਜ਼ੀ ਵਿੱਚ ਲਿਖਿਆ ਹੋਇਆ ਆ I tell you the truth, ਮੈਂ ਤੁਹਾਨੂੰ ਸੱਚ ਆਖਦਾ ਹਾਂ if anyone keeps my words, ਕਿ ਅਗਰ ਪ੍ਰਭੂ ਦੇ ਵਚਨਾਂ ਦੀ ਪਾਲਣ ਕਰੇ ਉਹ ਕਦੇ ਮੌਤ ਨਹੀਂ ਦੇਖ ਸਕਦਾਗਾ। ਉਹ ਕੀ ਮਤਲਬ? ਉਹਦਾ ਮਤਲਬ ਕਿ ਅਸੀਂ ਇੱਥੇ ਤਾਂ ਜੋ ਜ਼ਿੰਦਗੀ ਜੀਣੀ ਆ ਪਰ ਜਦੋਂ ਅਸੀਂ ਇੱਥੇ ਪੂਰੇ ਵਿਸ਼ਵਾਸ ਨਾਲ ਇਹ ਵਚਨ ਤੇ ਬਲੀਵ ਕਰਦੇ ਹਾਂ, ਜਦੋਂ ਅਸੀਂ ਪ੍ਰਭੂ ਦੇ ਵਚਨਾਂ ਨੂੰ ਜਾਂਦੇ ਹਾਂ, ਆਪਾਂ ਉਹਨਾਂ ਉੱਤੇ ਚੱਲਦੇ ਹਾਂ, ਉਹ ਸਾਨੂੰ ਮੁਰਦਿਆਂ ਤੋਂ ਜ਼ਿੰਦਾ ਵੀ ਕਰੇਗਾ। ਸਾਨੂੰ ਪਤਾ ਹੈ ਕਿ ਜਿਹੜੇ ਪ੍ਰਭੂ ਨੇ ਸਾਨੂੰ ਕਿਹਾ ਕਿ ਜੋ ਪ੍ਰਭੂ ਦੇ ਵਿੱਚ ਆ ਉਹ ਕਦੇ ਮੌਤ ਨਹੀਂ ਦੇਖਣਗੇ। ਉਹ ਕਿਹੜੀ ਮੌਤ ਦੀ ਗੱਲ ਕਰਦੇ ਨੇ? ਉਹ ਜਿਹੜੀ ਸੈਕੰਡ ਮੌਤ ਆ, ਜਿੱਥੇ ਕਿ ਅੱਗ ਸਦਾ ਜਲਦੀ ਆ, ਜਿੱਥੇ ਕਿ ਚੀਕਾਂ ਵੱਜਦੀਆਂ ਆ, ਜਿੱਥੇ ਕਿ ਦੰਦ ਪੀਏ ਜਾਂਦੇ ਆ, ਅਸੀਂ ਉਹ ਕਦੇ ਨਹੀਂ ਉਹ ਦੇਖਾਂਗੇ। ਕਿਉਂਕਿ ਜਦੋਂ ਸਾਡੀਆਂ ਅੱਖਾਂ ਇੱਥੇ ਬੰਦ ਹੋਣਗੀਆਂ, ਸਾਡੀਆਂ ਜਿਹੜੇ ਅੱਖਾਂ ਸਿੱਧੀਆਂ ਪ੍ਰਭੂ ਦੇ ਚਰਨਾਂ ਵਿੱਚ ਖੁੱਲ ਜਾਣੀਆਂ ਆ, ਉਦੋਂ ਅਸੀਂ ਆਪਣੇ ਮੁਕਤੀ ਦਾਤਾ ਨੂੰ ਫੇਸ ਟੂ ਫੇਸ ਦੇਖਾਂਗੇ, ਉਹਦੇ ਨਾਲ ਸਦੀਪਕ ਜ਼ਿੰਦਗੀ ਉਹਦੇ ਨਾਲ ਜੀਵਾਂਗੇ, ਉਹਦਾ ਧੰਨ ਆਖਾਂਗੇ, ਉਹਦੀ ਹਜ਼ੂਰੀ ਵਿੱਚ ਰਵਾਂਗੇ। ਅੱਖਾਂ ਦੇ ਵਿੱਚ ਕਦੇ ਅਥਰੂ ਨਹੀਂ ਆਣਗੇ, ਅਸੀਂ ਕਦੇ ਜੇਤੀ ਜੀਵਾਂਗੇ। ਆਮੇਨ। ਸੋ ਪ੍ਰਭੂ ਕੀ ਕਹਿੰਦੇ ਆ ਕਿ ਯੂ ਵਿਲ ਐਂਟਰ ਦੀ ਇਟਰਨਲ ਲਾਈਫ, ਕਿ ਤੁਸੀਂ ਵਿਸ਼ਵਾਸੀ ਕਿਉਂਕਿ ਮੈਨੂੰ ਤੇ ਯਕੀਨ ਕੀਤਾ ਆ ਤੇ ਅਗਰ ਆਪਾਂ ਉਹਦੇ ਵਚਨ ਰੱਖਾਂਗੇ ਤਾਂ ਅਸੀਂ ਸਦੀਪਕ ਜ਼ਿੰਦਗੀ ਦੇ ਵਿੱਚ ਅਸੀਂ ਆਪਣਾ ਸਟੈਪ ਕਰਾਂਗੇ ਅਤੇ ਅਸੀਂ ਉਹਦਾ ਨਾਲ ਜੁਗੋ ਜੁਗ ਜਦੋਂ ਕਿ ਕਿਉਂਕਿ ਦੇਖੋ ਪਰਮੇਸ਼ਵਰ ਦਾ ਟਾਈਮ ਨਾ ਕਿਤੇ ਸ਼ੁਰੂ ਹੋਇਆ ਆ ਨਾ ਕਿਤੇ ਅੰਤ ਹੋਣਾ ਆ। ਸੋ ਦਿਸ ਮੀਨਸ ਕਿ ਅਸੀਂ ਬੇਅੰਤ ਸਦਾ ਦੇ ਲਈ, ਸਦਾ ਦਾ ਅੰਤ ਨਹੀਂਗਾ, ਅਸੀਂ ਸਦਾ ਦੇ ਲਈ ਪ੍ਰਭੂ ਯਸੂ ਦੇ ਨਾਲ ਰਾਜ ਕਰਾਂਗੇ। ਕਿਉਂਕਿ ਪ੍ਰਭੂ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਮੇਰੇ ਬੱਚੇ ਸਿਰਫ ਇੱਕ ਸਧਾਰਨ ਆ। ਵੀ ਆਰ ਨਾਟ ਸਧਾਰਨ, ਅਸੀਂ ਸੁਪਰ ਨੈਚੁਰਲ ਪੈਕਿਊਲੀਅਰ ਯੂਨੀਕ ਬੱਚੇ ਆ, ਅਸੀਂ ਖਾਸ ਬੱਚੇ ਆ, ਅਸੀਂ ਚੁਣੇ ਹੋਏ ਆ। ਨਹੀਂ ਤਾਂ ਪ੍ਰਭੂ ਉਹਨਾਂ ਕੋਲ ਇੰਨੇ ਐਂਜਲਸ ਆ, ਸਾਨੂੰ ਬਣਾਉਣ ਦੀ ਕੀ ਜ਼ਰੂਰਤ ਸੀਗੀ? ਪਰ ਪ੍ਰਭੂ ਨੇ ਸਾਨੂੰ ਚੁਣ ਕੇ ਬਣਾਇਆ ਆ ਅਤੇ ਚੁਣ ਕੇ ਆਵਾਜ਼ ਮਾਰ ਕੇ ਸਾਨੂੰ ਆਪਣੇ ਰਾਜ ਵਿੱਚ ਸੱਦਿਆ ਆ। ਮੈਂ ਪ੍ਰਭੂ ਨੂੰ ਨਹੀਂ ਢੂੰਡਿਆ ਸੀ, ਰੱਬ ਨੇ ਮੈਨੂੰ ਢੂੰਡਿਆ ਸੀ। ਰੱਬ ਨੇ ਮੈਨੂੰ ਆਵਾਜ਼ ਦੇ ਕੇ ਆਪਣੇ ਰਾਜ ਵਿੱਚ ਲੈ ਕੇ ਆਂਦਾ ਆ। ਸੋ ਕਿਉਂ ਨਹੀਂ ਮੇਰਾ ਪਰਮੇਸ਼ਰ ਮੇਰੀ ਦੇਖਭਾਲ ਕਰੂਗਾ? ਕਿਉਂ ਨਹੀਂ ਮੇਰਾ ਪਰਮੇਸ਼ਰ, ਅਗਰ ਮੈਂ ਉਹਦੇ ਵਚਨਾਂ ਤੇ ਚੱਲੂੰਗੀ, ਉਹਦੇ ਵਚਨ ਮੈਂ ਰੱਖੂੰਗੀ, ਕਿਉਂ ਨਹੀਂ ਮੈਂ ਸਵਰਗਾਂ ਦੀ ਰਾਜ ਦੇ ਵਿੱਚ ਰਹੂੰਗੀ? ਕਿਉਂ ਨਹੀਂ ਮੈਂ ਉਹਦੀ ਨਿਵਾਸੀ, ਸਵਰਗਾਂ ਦੀ ਨਿਵਾਸੀ ਕਹਿਲਾਉਂਗੀ? ਮੇਰਾ ਪਹਿਲਾ ਸਿਟੀਜ਼ਨਸ਼ਿਪ ਦੀ ਮੋਹਰ ਹੁਣ ਬ੍ਰਿਟਿਸ਼ ਨਹੀਂ, ਹੁਣ ਕੈਨੇਡੀਅਨ ਨਹੀਂ, ਮੇਰੇ ਉੱਤੇ ਹੁਣ ਉਹਨਾਂ ਸਭ ਤੋਂ ਵੱਡੀ ਮੋਹਰ ਮੇਰੇ ਕਿਹੜੀ ਲੱਗੀ ਹੋਈ ਹੈ? ਪ੍ਰਭੂ ਯਸੂ ਦੇ ਸਵਰਗਾਂ ਦੀ ਮੋਹਰ। ਮੈਨੂੰ ਪਤਾ ਹੈ ਕਿ ਜਦ ਮੇਰਾ ਟਾਈਮ ਇੱਥੇ ਫਿਨਿਸ਼ ਹੋ ਗਿਆ, ਕਿਉਂਕਿ ਹਜੇ ਮੈਂ ਬਹੁਤ ਲੰਬਾ ਜੀਣਾ ਹੈ, ਮੇਰੇ ਕੋਲੇ ਪ੍ਰਭੂ ਨੇ ਬਹੁਤ ਮੇਰੇ ਤੋਂ ਕੰਮ ਕਰਾਣੇ ਆ। ਮੈਂ ਆਪਣੇ ਆਪ ਤੇ ਏਦਾਂ ਹੀ ਬੋਲਦੀ ਹਾਂ ਕਿਉਂਕਿ ਮੈਨੂੰ ਆਪਣੇ ਪ੍ਰਭੂ ਤੇ, ਆਪਣੇ ਆਪ ਤੇ ਮੈਨੂੰ ਭਰੋਸਾ ਨਹੀਂ, ਪਰ ਮੈਨੂੰ ਮੇਰੇ ਪ੍ਰਭੂ ਦੇ ਵਚਨਾਂ ਤੇ ਭਰੋਸਾ ਆ। ਜੋ ਉਸਨੇ ਮੇਰੇ ਤੇ ਭਵਿੱਖਬਾਣੀਆਂ ਕੀਤੀਆਂ ਆ, ਉਹ ਭਵਿੱਖਬਾਣੀਆਂ ਪੂਰੀਆਂ ਹੋਣ ਤੋਂ ਪਹਿਲਾਂ ਮੈਂ ਇਸ ਧਰਤੀ ਨੂੰ ਛੱਡ ਕੇ ਜਾ ਹੀ ਨਹੀਂ ਸਕਦੀ। ਆਮੇਨ। ਤਾਂ ਜਦ ਮੇਰੇ ਇੱਥੇ ਕੰਮ ਪੂਰਾ ਹੋ ਗਿਆ, ਜਦ ਮੈਂ ਪੂਰੀ ਫੁੱਲਵੰਤ ਜ਼ਿੰਦਗੀ ਜੀ ਹਰ ਪਾਸਿਓਂ, ਜਿੱਦਾਂ ਏਬਰਾਹਿਮ 120 ਸਾਲਾਂ ਦਾ ਹੋ ਕੇ 120 ਤੋਂ ਵੀ ਵੱਡਾ ਹੋ ਕੇ ਇੱਥੋਂ ਗਿਆ ਸੀਗਾ, ਮੈਂ ਵੀ ਉੱਦਾਂ ਹੀ ਪ੍ਰਭੂ ਦੇ ਵਿੱਚ ਕੰਮ ਕਰਕੇ ਪੂਰੀ ਫੁੱਲਵੰਤ ਜ਼ਿੰਦਗੀ ਜੀ ਕੇ ਜਦੋਂ ਮੈਂ ਇੱਥੇ ਜਾਣਾ ਆ, ਜਦੋਂ ਤੁਸੀਂ ਜਾਣਾ ਆ, ਸਾਡੀਆਂ ਅੱਖਾਂ ਇੱਥੇ ਬੰਦ ਹੋ ਜਾਣੀਆਂ ਆ ਤੇ ਪਰ ਸਾਡੀਆਂ ਅੱਖਾਂ ਸਵਰਗਾਂ ਦੇ ਵਿੱਚ ਜਦੋਂ ਖੁੱਲੀਆਂ ਆ, ਅਸੀਂ ਆਪਣੇ ਉਸ ਮੁਕਤੀ ਦਾਤਾ ਨੂੰ ਦੇਖਣਾ ਆ ਜਿਸ ਨੇ ਮੈਨੂੰ ਆਪਣੇ ਰੂਪ ਸਰੂਪ ਵਿੱਚ ਬਣਾਇਆ ਹੈ, ਜਿਸ ਨੇ ਤੁਹਾਨੂੰ ਰੂਪ ਸਰੂਪ ਵਿੱਚ ਬਣਾਇਆ ਆ। ਉਹਦੇ ਸਾਹਮਣੇ ਅਸੀਂ ਸਦਾ ਤਨ ਕਰਦੇ ਰਹਿਣਾ। ਆਮੇਨ। ਪਰ ਤੁਸੀਂ ਕਹਿੰਦੇ ਰਵੀ ਇਹ ਤਾਂ ਆਉਣ ਵਾਲਾ ਸਮਾਂ ਹੈ, ਚਲੋ ਦੇਖੀ ਜਾਊਗਾ। ਹੁਣ ਧਰਤੀ ਤੇ ਕੀ ਹੋਵੇਗਾ? ਮੈਂ ਤਾਂ ਅੱਜ ਧਰਤੀ ਤੇ ਜ਼ਿੰਦਗੀ ਜੀ ਰਿਹਾ ਆ। What is going to happen while I'm here on the earth?
ਸੋ ਦੇਖੋ ਪ੍ਰਭੂ ਕੀ ਕਹਿੰਦੇ ਆ ਹੁਣ ਸਾਡੇ ਨਾਲ ਭੈਣ ਸਾਡੇ ਫੇਰ ਸਾਨੂੰ ਪੜ੍ਹ ਕੇ ਸੁਣਾਉਣਗੇ। ਅਗਰ ਤੁਸੀਂ ਸੰਤ ਯੋਹੰਨਾ 8ਵਾਂ ਚੈਪਟਰ ਤੇ ਉਹਦੀ ਤੁਸੀਂ 31ਵੀਂ ਤੇ 32 ਆਇਤ ਦੇਖੋ। John chapter 8 verse 31 to 32 ਸਾਡੇ ਭੈਣ ਸਾਨੂੰ ਪੜ੍ਹ ਕੇ ਸੁਣਾਉਣਗੇ। ਐਂਡ ਦੇਖੋ ਕਿ ਇੱਥੇ ਪ੍ਰਭੂ ਸਾਨੂੰ ਕੀ ਦੱਸ ਰਹੇ ਨੇ। ਚਲੋ ਬੇਟਾ ਪੜੋ। ਉਹਦੇ ਇਹ ਗੱਲਾਂ ਆਖਦਿਆਂ ਬਹੁਤਿਆਂ ਨੇ ਉਹਦੇ ਉੱਤੇ ਨੇਚਾ ਕੀਤੀ। ਤਾਂ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਉਹਦੀ ਪ੍ਰਤੀਤ ਕੀਤੀ ਸੀ ਆਖਿਆ, ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ ਔਰ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਆਮੀਨ। ਦੇਖੋ ਇਹ ਪ੍ਰਭੂ ਦੇ ਵਚਨ ਆ ਐਂਡ ਪ੍ਰਭੂ ਵੀ ਜੋ ਇਹ ਵਚਨ ਬੋਲਦੇ ਆ ਉਹ ਪਹਿਲਾਂ ਆਲਰੇਡੀ ਸਕ੍ਰਿਪਚਰ ਵਿੱਚ ਲਿਖੇ ਹੋਏ ਨੇ। ਪ੍ਰਭੂ ਕੋਈ ਗੈਸ ਵਰਕ ਨਹੀਂ ਕਰ ਰਹੇ ਉਤੋਂ ਦੀ। ਜਿਹੜਾ ਪ੍ਰਭੂ ਕਹਿੰਦਾ ਮੈਂ ਵਚਨ ਆ। ਆਮੀਨ। ਪ੍ਰਭੂ ਇੱਥੇ ਵਚਨ ਬੋਲ ਰਹੇ ਤੇ ਪ੍ਰਭੂ ਕਹਿੰਦੇ ਆ ਔਰ ਚੇਲਿਆਂ ਨੂੰ ਕਹਿੰਦੇ ਕਿ ਅਗਰ ਤੁਸੀਂ ਮੇਰੇ ਸਿੱਖਿਆਵਾਂ ਤੇ ਚੱਲਣਾ ਆ, ਅਗਰ ਤੁਸੀਂ ਮੇਰੇ ਤੇ ਰਹਿਣਾ ਆ, ਫਿਰ ਤੁਸੀਂ ਮੇਰੀਆਂ ਜਿਹੜੀਆਂ ਮੈਂ ਤੁਹਾਨੂੰ ਸਿੱਖਿਆ ਦਿੱਤੀ ਆ, ਹੁਣ ਜੋ ਮੈਂ ਤੁਹਾਨੂੰ ਜਿੱਦਾਂ ਹੁਣ ਮੈਂ ਤੁਹਾਨੂੰ ਸਿੱਖਿਆ ਦੇ ਰਹੀ ਹਾਂ, ਇਹ ਹੁਣ ਤੁਹਾਡਾ ਫਰਜ਼ ਆ ਇਹ ਸਿੱਖਿਆ ਤੇ ਚੱਲਣ ਨੂੰ। ਮੈਂ ਤਾਂ ਤੁਹਾਨੂੰ ਸਿੱਖਿਆ ਦੇਤੀ, ਟੀਚਰ ਨੇ ਤਾਂ ਤੁਹਾਨੂੰ ਸਿੱਖਿਆ ਦੇ ਦਿੰਦੀ ਆ, ਪਰ ਹੋਮਵਰਕ ਤਾਂ ਤੁਸੀਂ ਕਰਨਾ ਆ। ਸੋ ਐਦਾਂ ਹੀ ਕਿ ਉਹ ਕਹਿੰਦਾ ਹੈ ਆਪਣੇ ਚੇਲਿਆਂ ਨੂੰ ਕਿ ਅਗਰ ਤੁਸੀਂ ਸੱਚੀ ਮੁੱਚੀ ਮੇਰੀ ਚੇਲੇ ਹੋ ਤਾਂ ਤੁਸੀਂ ਮੇਰੇ ਸਿੱਖਿਆ ਤੇ ਚੱਲਣਾ ਆ। ਫਿਰ ਜਦੋਂ ਅਸੀਂ ਪ੍ਰਭੂ ਦੇ ਉੱਤੇ ਤੁਰ ਪਏ ਤਾਂ ਅਸੀਂ ਪ੍ਰਭੂ ਦੇ ਸੱਚ ਨੂੰ ਜਾਣਾਂਗੇ ਅਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਐਵਰੀ ਕ੍ਰਿਸਚਨ ਜਿੰਨਿਆਂ ਨੂੰ ਮੈਂ ਮਿਲਦੀ ਹਾਂ, ਜਿਨ੍ਹਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਆ, ਮੋਸਟਲੀ ਗੱਲਬਾਤ ਮੇਰੀ ਆਲਵੇਜ਼ ਸ਼ੁਰੂ ਕਿੱਥੋਂ ਹੁੰਦੀ, ਪਰ ਆਲਵੇਜ਼ ਵਚਨ ਤੇ ਆ ਕੇ ਖਤਮ ਹੁੰਦੀ ਆ। ਆਮੀਨ। ਤੇ ਉਹ ਸਦਾ ਕਹਿੰਦੇ ਉਹਨਾਂ ਹਰ ਇੱਕ ਨੇ ਇਹ ਵਚਨ ਜ਼ਰੂਰ ਕਹਿਣਾ, ਸੱਚ ਤੁਹਾਨੂੰ ਆਜ਼ਾਦ ਕਰੇਗਾ। ਪਰ ਸੱਚ ਕੀ ਆ? ਸੱਚ ਤਾਂ ਸਾਰੇ ਜ਼ਿੰਦਗੀ 'ਚ ਬੋਲਦੇ ਆ, ਸਾਰੇ ਕਹਿੰਦੇ ਜੀ ਮੈਂ ਤਾਂ ਸੱਚ ਤੋਂ ਸਿਵਾਏ ਕੁਝ ਬੋਲਦਾ ਹੀ ਨਹੀਂ। ਪਰ ਸੱਚ ਕੀ ਆ? ਸੱਚ ਪ੍ਰਭੂ ਦਾ ਵਚਨ ਆ। ਉਹ ਕਿੱਦਾਂ ਆ ਰਵੀ? ਉਹ ਕਿੱਥੇ ਲਿਖਿਆ ਆ? ਚਲੋ ਆਪਾਂ ਸੰਤ ਯੋਹੰਨਾ 17 ਚੈਪਟਰ ਉਹਦੀ 17ਵੀਂ ਆਇਤ ਜਾ ਕੇ ਦੇਖੋ ਕਿ ਉੱਥੇ ਬਿਲਕੁਲ ਕਲੀਅਰਲੀ ਦੱਸ ਦਿੱਤਾ ਆ। ਹੁਣ ਆਪਾਂ ਇੱਥੇ ਉਂਗਲੀ ਰੱਖਦੇ ਹਾਂ। ਯਾਦ ਰੱਖੋ ਕਿ ਆਪਾਂ ਜਿਹੜਾ ਪੜ੍ਹ ਕੇ ਗਏ ਆ ਇੱਥੇ ਭੈਣ ਸਾਨੂੰ ਸੁਰਿੰਦਰ ਭੈਣ ਸਾਨੂੰ ਪੜ੍ਹ ਕੇ ਗਏ ਆ ਕਿ ਸੱਚ ਨੂੰ ਜਾਣੋ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਤੇ ਸੱਚ ਕੀ ਆ? ਸੱਚ ਵੀ ਪ੍ਰਭੂ ਦੇ ਵਚਨ ਆ। ਇਹ ਪ੍ਰਭੂ ਯਿਸੂ ਦੇ ਖੁਦ ਦੇ ਵਚਨ ਆ। ਇਹ ਪ੍ਰਭੂ ਇੱਥੇ ਗੱਲ ਕਰ ਰਹੇ ਨੇ। ਅਗਰ ਤੁਸੀਂ ਸੰਤ ਯੋਹੰਨਾ 17ਵਾਂ ਚੈਪਟਰ ਉਹਦੀ 17ਵੀਂ ਆਇਤ ਦੇਖੋ, ਜੌਨ ਚੈਪਟਰ 17 ਵਰਸ 17 ਦੇਖੋ, ਉੱਥੇ ਪ੍ਰਭੂ ਜੀ ਬਿਲਕੁਲ ਡਿਫਾਈਨ ਕਰ ਦਿੰਦੇ ਆ, ਬਿਲਕੁਲ ਕਲੀਅਰਲੀ ਦੱਸ ਦਿੰਦੇ ਆ ਕਿ ਸੱਚ ਕੀ ਆ। ਬੇਟਾ ਪੜ੍ਹ ਕੇ ਸਾਨੂੰ ਸੁਣਾਓਗੇ ਪਲੀਜ਼। ਉਹਨਾਂ ਨੂੰ ਸੱਚਾਈ ਨਾਲ ਪਵਿੱਤਰ ਕਰ, ਤੇਰਾ ਵਚਨ ਸੱਚਾਈ ਹੈ। Look at that. Amen. ਉਹਨਾਂ ਨੂੰ ਸੱਚਾਈ ਦੇ ਨਾਲ ਪਵਿੱਤਰ ਕਰ, ਪਰ ਪਵਿੱਤਰ ਕਿਹਦੇ ਨਾਲ ਕਰਨਾ ਆ? ਤੇਰਾ ਵਚਨ ਸੱਚਾਈ ਹੈ। That means the ਸੱਚਾਈ ਜਦੋਂ ਕਹਿੰਦੇ ਸੱਚ ਤੁਹਾਨੂੰ ਆਜ਼ਾਦ ਕਰੇਗਾ, ਇਨ ਫੈਕਟ ਜਿਹੜਾ ਸੱਚ ਆ ਉਹ ਪ੍ਰਭੂ ਯਿਸੂ ਦਾ ਵਚਨ ਆ। ਇਹ ਵਚਨ ਸਾਨੂੰ ਆਜ਼ਾਦ ਕਰੇਗਾ। ਆਮੇਨ। ਸੋ ਲੈਟਸ ਪ੍ਰੇਜ਼ ਦ ਲੋਰਡ ਕਿ ਪ੍ਰਭੂ ਜੀ ਧੰਨਵਾਦ ਅਸੀਂ ਕਿ ਤੁਸੀਂ ਸਾਨੂੰ ਚੁਣਿਆ, ਕਿ ਤੁਸੀਂ ਇਹ ਅਨਮੋਲ ਵਚਨ ਜਿਹਦਾ ਕਦੇ ਵੀ ਆਪਾਂ ਮੋਲ ਨਹੀਂ ਦੇ ਸਕਦੇ, ਜਿਹੜਾ ਇੱਕ ਪ੍ਰਾਈਸਲੈਸ ਆ, ਇਹ ਵਚਨ ਸਿਰਫ ਸਾਨੂੰ ਸਵਰਗਾਂ ਲਈ ਤਿਆਰ ਕਰ ਰਿਹਾ ਹੈਗਾ, ਸਾਨੂੰ ਇਸ ਧਰਤੀ ਤੇ ਵੀ ਤਿਆਰ ਕਰਕੇ ਰੱਖਦਾ। ਅਗਰ ਅਸੀਂ ਇਸ ਵਚਨਾਂ ਵਿੱਚ ਰਹੀਏ ਤੇ ਇਹ ਵਚਨ ਸਾਨੂੰ ਸਦਾ ਆਜ਼ਾਦ ਕਰਦਾ ਆ। ਆਮੇਨ। ਸੋ ਗॉड ਸੈਡ ਕਿ ਹਿਸ ਵਰਡ ਵਿਲ ਸੈਟ ਯੂ ਫ੍ਰੀ, ਕਿ ਉਹਦਾ ਜਿਹੜਾ ਵਚਨ ਆ ਉਹ ਤੁਹਾਨੂੰ ਸੈਟ ਫ੍ਰੀ ਕਰਦਾ ਹੈ। ਸੋ ਅੱਜ ਭੈਣੋ ਤੇ ਭਰਾਓ, ਅਗਰ ਤੁਹਾਡੇ ਘਰ ਦੇ ਵਿੱਚ, ਅਗਰ ਤੁਸੀਂ ਕੋਈ ਸਾਨੂੰ ਜੋ ਦੇਖ ਰਹੇ ਆ, ਤੁਸੀਂ ਐਸੇ ਪ੍ਰੋਬਲਮ ਵਿੱਚ ਫਸੇ ਹੋਏ ਹੋ, ਜਾਂ ਤੁਸੀਂ ਸ਼ਰਾਬ ਦੇ ਵਿੱਚ ਫਸੇ ਹੋਏ ਹੋ, ਜਾਂ ਤੁਸੀਂ ਨਸ਼ੇ ਦੇ ਵਿੱਚ ਫਸੇ ਹੋਏ ਹੋ, ਪ੍ਰਭੂ ਉਹਨੂੰ ਅੱਜ ਕਹੋ ਕਿ ਉਸ ਨਸ਼ੇ ਨੂੰ, ਕਿ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਆ, ਤੁਸੀਂ ਸ਼ਰਾਬ ਛੱਡਣਾ ਚਾਹੁੰਦੇ ਆ, ਤੁਸੀਂ ਡਰੱਗਸ ਜਿਹੜੇ ਆ ਉਹ ਛੱਡਣਾ ਚਾਹੁੰਦੇ ਆ, ਪਰ ਤੁਸੀਂ ਛੱਡ ਨਹੀਂ ਹੁੰਦੇਗੇ। ਅੱਜ ਤੁਹਾਡੇ ਅੱਗੇ ਵਚਨ ਬੈਠਾ ਆ, ਇਹ ਵਚਨ ਤੁਹਾਨੂੰ ਆਜ਼ਾਦ ਕਰੇਗਾ। ਉਹਨੂੰ ਕਹੋ, ਉਸ ਕਨੋਂ ਕਹੋ ਕਿ ਮੈਨੂੰ ਤੇਰੀ ਕੋਈ ਜ਼ਰੂਰਤ ਨਹੀਂ ਗੀ। ਸ਼ਰਾਬ ਨੂੰ ਕਹੋ ਕਿ ਮੈਨੂੰ ਤੇਰੀ ਕੋਈ ਜ਼ਰੂਰਤ ਨਹੀਂ, ਕਿਉਂਕਿ ਮੇਰੇ ਪ੍ਰਭੂ ਦਾ ਵਚਨ ਮੈਨੂੰ ਆਜ਼ਾਦ ਕਰ ਰਿਹਾ ਆ। ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ the word of God sets me free, ਪਰਮੇਸ਼ਵਰ ਦਾ ਵਚਨ ਮੈਨੂੰ ਆਜ਼ਾਦ ਕਰਦਾ ਆ। ਅੱਜ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਐਸੀ ਚੀਜ਼ ਆ ਜੋ ਤੁਸੀਂ ਕਈ ਕਹਿੰਦੇ ਸਾਡੇ ਘਰ ਵਿੱਚ ਟੂਣਾ ਜਾਦੂ ਆ, ਯਿਸੂ ਨਾਸੀ ਨਾਮ ਦੇ ਵਿੱਚ ਕਹੋ ਕਿ ਕੋਈ ਟੂਣਾ ਜਾਦੂ ਸਾਡੇ ਘਰ ਦੇ ਵਿੱਚ ਚੱਲ ਨਹੀਂ ਸਕਦਾ, ਕਿਉਂਕਿ ਜਦੋਂ ਅਸੀਂ ਪ੍ਰਭੂ ਵਿੱਚ ਆ ਜਾਂਦੇ ਹਾਂ, ਅਸੀਂ ਪ੍ਰਭੂ ਦਾ ਖੂਨ ਆਪਣੇ ਘਰ ਵਿੱਚ ਅਪਲਾਈ ਕਰਦੇ ਹਾਂ,
ਸਪੀਕ ਟੂ ਦਾ ਈਵਲ ਸਪਿਰਿਟ ਕਿ ਤੈਨੂੰ ਜਾਣਾ ਪੈਣਾ, ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਸੱਚ ਸੱਚ ਮੈਂ ਦੱਸਦਾ ਆ ਜਦੋਂ ਮੇਰੇ ਵਿੱਚ ਤੁਸੀਂ ਆ ਜਾਂਦੇ ਆ ਦੈਟ ਈਵਲ ਸਪਿਰਿਟ ਜਿਸਨੇ ਤੁਹਾਡੇ ਘਰ ਨੂੰ ਬੰਨ੍ਹ ਕੇ ਰੱਖਿਆ ਹੋਇਆ ਜਾਂ ਤੁਹਾਡੀ ਜ਼ਿੰਦਗੀ ਨੂੰ ਸਟੈਗਨੇਟ ਉੱਤੇ ਇੱਕ ਥਾਂ ਰੋਕਿਆ ਹੋਇਆ, ਗੈਟ ਆਊਟ ਉਹਨੂੰ ਕਹੋ ਪੂਰੇ ਵਿਸ਼ਵਾਸ ਨਾਲ, ਪੂਰੇ ਫੇਥਫੁਲ ਨਾਲ। ਅੱਜ ਮੈਂ ਤੁਹਾਡੇ ਨਾਲ ਖੜੀ ਹੁੰਨੀ ਆ, ਮੈਂ ਕਹਿੰਦੀ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਿ ਇਟ ਮਸਟ ਲੀਵ ਯੂ ਰਾਈਟ ਨਾਓ ਇਨ ਜੀਸਸ ਮਾਈਟੀ ਨੇਮ। ਉਹ ਤੁਹਾਡੇ ਉੱਤੇ ਕੋਈ ਵੀ ਤੁਹਾਡੇ ਉੱਤੇ ਕਰ ਨਹੀਂ ਸਕਦਾ ਹੱਕ, ਕਿਉਂਕਿ ਪ੍ਰਭੂ ਦੇ ਵਚਨ 'ਚ ਵੀ ਲਿਖਿਆ ਹੋਇਆ ਆ। ਇੱਕ ਦਿਨ ਅਸੀਂ ਉਹਦੇ ਬਾਰੇ ਵੀ ਸਿੱਖਾਂਗੇ ਕਿ ਵਚਨ 'ਚ ਲਿਖਿਆ ਹੈ ਕਿ ਜਦੋਂ ਮੇਰੇ ਬੱਚਿਆਂ ਤੇ ਕੋਈ ਜਾਦੂ ਟੂਣਾ ਕੰਮ ਨਹੀਂ ਕਰ ਸਕਦਾ। ਵਾਈ? Because Jesus is the word and the word of God has set us free। ਪ੍ਰਭੂ ਯਿਸੂ ਵਚਨ ਆ, ਉਹ ਵਚਨ ਹੀ ਸਾਨੂੰ ਆਜ਼ਾਦ ਕਰਦਾ ਆ ਤੇ ਸਾਡੇ ਘਰਾਨੇ, ਸਾਡੇ ਅਗਲੀਆਂ ਪਿਛਲੀਆਂ ਜੋ ਸਾਡੇ ਸ਼ਰਾਪ ਆ, ਅੱਜ ਯਿਸੂ ਦੇ ਨਾਮ ਨਾਲ ਉਹ ਸ਼ਰਾਪ ਕੈਂਸਲ ਇਨ ਜੀਸਸ ਮਾਈਟੀ ਨੇਮ, ਕਿਉਂਕਿ ਉਹ ਸ਼ਰਾਪ ਤੁਹਾਡੇ ਉੱਤੇ ਕੰਮ ਨਹੀਂ ਕਰ ਸਕਦੇਗੇ। ਉਹ ਜਿਹੜੀਆਂ ਪੁਰਾਣੀਆਂ ਰੂਹਾਂ ਤੁਹਾਡੇ ਘਰਾਂ ਉੱਤੇ ਬੈਠੀਆਂ ਹੋਈਆਂ ਆ ਜੋ ਤੁਹਾਨੂੰ ਗਾਂਹ ਵਧਣ ਨਹੀਂ ਦੇ ਰਹੀਆਂ, ਅੱਜ ਮੈਂ ਯਿਸੂ ਨਾਮ ਚੋਚਾ ਕਰਦੀ ਹਾਂ, ਇਟ ਹੈਜ਼ ਟੂ ਲੀਵ। ਆਈ ਡਿਕਲੇਅਰ ਇਟ must leave these people who's watching me, ਜੋ ਮੈਨੂੰ ਅੱਜ ਦੇਖ ਰਹੇ ਨੇ, ਜੋ ਮੈਨੂੰ ਮੇਰੇ ਭੈਣ ਭਰਾ ਮੇਰੇ ਨਾਲ ਸੁਣ ਰਹੇ ਨੇ, ਜੋ ਮੇਰੇ ਨਾਲ ਜ਼ੂਮ ਤੇ ਲੱਗੇ ਹੋਏ ਨੇ, ਮੈਂ ਯਿਸੂ ਨਾਮ ਅੱਜ ਕਹਿੰਦੀ ਹਾਂ ਅਭੀ ਇसी ਵਕਤ ਉਹ ਸਭਨਾਂ ਨੂੰ ਛੱਡ ਕੇ ਚਲੀਆਂ ਜਾਣ, ਜਿੱਥੋਂ ਆਈਆਂ ਵਾਪਸ ਚਲ ਜਾਣ, ਬਿਕਾਜ਼ ਦੇ ਆਰ ਨਾਟ ਵੈਲਕਮ ਇਨ ਆਵਰ ਹਾਊਸਿਸ। ਜਿੱਥੇ ਘਰ ਦੇ ਉੱਤੇ ਜਿਸ ਚਟਾਨ ਤੇ ਪ੍ਰਭੂ ਯਿਸੂ ਦਾ ਖੂਨ ਲੱਗਿਆ ਹੋਇਆ ਆ, ਉਸ ਲੇਲੇ ਦੇ ਨਾਲੋਂ ਪ੍ਰਭੂ ਯਿਸੂ ਦਾ ਖੂਨ ਕਿਤੇ ਮਹਾਨ ਆ। ਅੱਜ ਉਸ ਖੂਨ ਨੂੰ ਦੇਖ ਕੇ ਹਰ ਮੌਤ ਦੀ ਰੂਹ ਨੂੰ ਜਾਣਾ ਪੈਣਾ ਆ, ਹਰ ਟੂਨੇ ਦੀ ਰੂਹ ਨੂੰ ਜਾਣਾ ਪੈਣਾ ਆ। ਮੇਰੇ ਭੈਣ ਭਰਾਵਾਂ ਨੂੰ ਤੁਹਾਨੂੰ ਆਜ਼ਾਦ ਕਰਨਾ ਪੈਣਾ ਆ ਯਿਸੂ ਕੇ ਨਾਮ ਨਾਲ ਅਸੀਂ ਡਿਕਲੇਅਰ ਕਰਦੇ ਹਾਂ। ਵਾਈ? ਬਿਕਾਜ਼ ਮਾਈ ਗॉड ਇਜ਼ ਪਾਵਰਫੁਲ। ਵਾਈ? ਬਿਕਾਜ਼ ਮੇਰੇ ਪਰਮੇਸ਼ਵਰ ਦਾ ਵਚਨ ਆਜ਼ਾਦ ਕਰਦਾ ਆ। ਅਸੀਂ ਉਸ ਵਚਨ ਨੂੰ ਲੈ ਕੇ ਆਉਂਦੇ ਹਾਂ ਬਿਕਾਜ਼ ਵੀ ਅਪਲਾਈ ਦ ਵਰਡ ਆਫ ਗॉड। ਪ੍ਰਭੂ ਨੇ ਕਿਹਾ ਹੈ ਸਾਨੂੰ ਕਿ ਮੈਂ ਆਪਣਾ ਵਚਨ ਭੇਜਿਆ ਆ ਤਾਂ ਕਿ ਤੁਸੀਂ ਚੰਗੇ ਹੋ ਸਕੋ। ਆਮੇਨ। ਸੋ ਹੁਣ ਦੇਖੋ, ਅਗਰ ਆਪਾਂ ਦੇਖਦੇ ਹਾਂ, ਅਗਰ ਆਪਾਂ ਰੋਮਨਸ 8ਵਾਂ ਚੈਪਟਰ ਉਹਦੀ 37ਵੀਂ ਆਇਤ ਦੇਖਦੇ ਹਾਂ, ਰੋਮੀਆਂ ਦੀ ਕਿਤਾਬ 8ਵਾਂ ਚੈਪਟਰ ਉਹਦੀ ਵਰਸ 37 ਦੇਖੋ ਕਿ ਦੇਖੋ ਇੱਥੇ ਕੀ ਲਿਖਿਆ ਆ। ਇੱਥੇ ਇੱਕ ਐਵਰੀਬਾਡੀ ਕੋਟ ਕਰਦੇ ਇਸ ਵਰਸ ਨੂੰ। actually no hold on, which one? Yes, 37. Yes, 37 verse पढ़ के सुनावो। रोमियो की किताब 8वां चैप्टर ਉਹਦੀ 37ਵੀਂ ਆਇਤ ਸਾਨੂੰ ਭੈਣ ਪढ़ ਕੇ ਸੁਣਾਣਗੇ ਕਿ ਉਹ ਦੱਸਣਗੇ ਕਿ we are more than conquerors। Amen। So ਪढ़ ਕੇ ਸੁਣਾਓ ਬੇਟਾ ਪਲੀਜ਼। ਜਿਵੇਂ ਲਿਖਿਆ ਹੋਇਆ ਹੈ, ਅਸੀਂ ਤੇਰੇ ਲਈ ਦਿਨ ਪਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਆਮੀਨ। ਆਮੀਨ। ਉਹ ਦੇਖੋ ਭੈਣ ਕਿਦਾਂ ਪੜ੍ਹ ਕੇ ਕਿੱਦਾਂ ਗਏ ਆ, ਜਿੱਦਾਂ ਲਿਖਿਆ ਹੋਇਆ ਆ। ਦਿਸ ਮੀਨਸ ਕਿ ਸਾਨੂੰ ਗੈਸ ਵਰਕ ਕਰਨ ਦੀ ਕੋਈ ਜ਼ਰੂਰਤ ਨਹੀਂ ਗੀ, ਜਿੱਦਾਂ ਲਿਖਿਆ ਹੋਇਆ ਆ। ਈਵਨ ਦੋ ਇਟਸ ਲਾਈਕ ਇਹ ਪਰਮੇਸ਼ਰ ਵੱਲੋਂ ਵਚਨ ਆਇਆ ਕਿ ਜਿੱਦਾਂ ਲਿਖਿਆ ਗਿਆ ਆ ਉਦਾਂ ਹੀ ਅਸੀਂ ਪਾਵਾਂਗੇ। ਅਤੇ ਪਰਮੇਸ਼ਰ ਦੇ ਵਚਨ ਵਿੱਚ ਕੀ ਲਿਖਿਆ ਆ, ਇੱਕ ਵਾਰੀ ਫੇਰ ਭੈਣ ਪੰਜਾਬੀ ਵਿੱਚ 37ਵੀਂ ਆਇਤ ਪੜ੍ਹ ਕੇ ਸੁਣਾਓ ਸਾਨੂੰ ਕਿ ਦੇਖੋ ਕਿੰਨੀ ਸੋਹਣੀ ਗੱਲ। ਆਈ ਲਵ ਦਿਸ ਆਇਤ। ਐਵਰੀਬਾਡੀ ਕੋਟ ਕਰਦੇ ਆ। ਅਗਰ ਅਸੀਂ ਦਿਲ ਦੇ ਨਾਲ ਕੋਟ ਕਰਾਂਗੇ ਵੀ ਆਰ ਡੈਫੀਨਿਟਲੀ ਮੋਰ ਦੈਨ ਕੰਕਰਰਸ। ਆਮੇਨ। ਸੋ ਭੈਣ ਇੱਕ ਵਾਰੀ ਫੇਰ ਮੈਨੂੰ 37 ਆਇਤ ਪੜ੍ਹ ਕੇ ਸੁਣਾਓ ਪਲੀਜ਼। ਜਿਵੇਂ ਲਿਖਿਆ ਹੋਇਆ ਹੈ, ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਆਮੇਨ। ਜਿਹਨੇ ਸਾਡੇ ਨਾਲ, ਅਸੀਂ ਨਹੀਂ ਉਹਦੇ ਨਾਲ ਪ੍ਰੇਮ ਕੀਤਾ ਸੀ, ਪਰ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਉਹਦੇ ਰਾਹੀਂ ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਆ। ਸੋ ਮੇਰੀ ਭੈਣ ਤੇ ਭਰਾਓ, ਅਗਰ ਤੁਹਾਡਾ ਕੋਈ ਕੰਮ ਅੱਜ ਖਰਾਬ ਹੋਇਆ ਹੋਇਆ, ਅਗਰ ਤੁਹਾਡਾ ਕੰਮ ਕਿਤੇ ਰੁਕਿਆ ਹੋਇਆ ਆ, ਅੱਜ ਯਾਦ ਕਰੋ ਕਿ ਅਸੀਂ ਉਹਦੇ ਰਾਹੀਂ ਫਤਿਹ ਪਾਉਂਦੇ ਆ ਜਿਹਨੇ ਸਾਨੂੰ ਪਿਆਰ ਕੀਤਾ ਸੀ। ਮੈਨੂੰ ਪਹਿਲਾਂ ਪ੍ਰਭੂ ਯਿਸੂ ਨੇ ਪਹਿਲਾਂ ਮੈਨੂੰ ਪਿਆਰ ਕੀਤਾ ਸੀ, ਫਿਰ ਮੈਂ ਉਹਦੇ ਪਿਆਰ ਵਿੱਚ ਡੁੱਬੀ ਸੀਗੀ। ਮੈਨੂੰ ਨਹੀਂ ਸੀ ਪਤਾ ਪ੍ਰਭੂ ਯਿਸੂ ਕੌਣ ਹੈ। ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਮਸਤ ਸੀਗੀ, ਪਰ ਜਦੋਂ ਮੇਰੇ ਤੇ ਆਫਤ ਆਈ ਪ੍ਰਭੂ ਯਿਸੂ ਨੇ ਮੈਨੂੰ ਚੁਣਿਆ। ਮੈਂ ਮਸੀਹ ਪਰਿਵਾਰ 'ਚ ਜੰਮੀ ਨਹੀਂ ਸੀਗੀ, ਮੈਂ ਹੋਰ ਧਰਮ ਦੇ ਵਿੱਚ ਜੰਮੀ ਸੀਗੀ, ਪਰ ਜਦੋਂ ਮੈਨੂੰ
ਪ੍ਰਭੂ ਦੀ ਜ਼ਰੂਰਤ ਸੀ, ਜਦੋਂ ਮੈਂ ਦਰ ਫੜਦੀ ਫਿਰਦੀ ਸੀ, ਪ੍ਰਭੂ ਨੂੰ ਲੱਭਦੀ ਫਿਰਦੀ ਸੀਗੀ, ਉਸ ਵਕਤ ਪ੍ਰਭੂ ਨੇ ਇੱਕ ਮਸੀਹ ਦੇ ਰਾਹੀਂ ਉਹਨੂੰ ਆਵਾਜ਼ ਦਿੱਤੀ ਸੀਗੀ। ਅਸੀਂ ਇੱਕ ਦੂਜੇ ਨੂੰ ਬਹੁਤ ਚਿਰ ਜਾਣਦੇ ਵੀ ਨਹੀਂ ਸੀਗੇ, ਉਹਦੇ ਨਾਲ ਮੈਂ ਬਹੁਤ ਸਾਲ ਪਹਿਲਾਂ ਕੰਮ ਕੀਤਾ ਹੋਇਆ ਸੀਗਾ, ਐਂਡ ਉਹਨੂੰ ਆਵਾਜ਼ ਆਈ, ਕਾਲ ਰਾਵੀ ਨਾਓ। ਦੇਖੋ, I didn't know who Jesus was, ਮੈਨੂੰ ਪਤਾ ਨਹੀਂ ਸੀ ਯਿਸੂ ਕੌਣ ਆ, ਪਰ ਉਹਨੇ ਮੈਨੂੰ ਇੰਨਾ ਪਿਆਰ ਕੀਤਾ ਕਿ ਉਹਨੇ ਉਸ ਮੋਰੀ ਦੇ ਵਿੱਚੋਂ ਮੈਨੂੰ ਕੱਢਿਆ ਜਿੱਥੇ ਮੈਂ ਫਸੀ ਹੋਈ ਸੀਗੀ। ਐਂਡ ਮੈਂ ਇਹਨੂੰ ਜਾਣਦੀ ਨਹੀਂ ਸੀ ਕਿ ਇੱਕ ਉਹ ਸਪੈਨਿਸ਼ ਔਰਤ ਜਿਸਨੂੰ ਕਿ ਪੂਰੀ ਅੰਗਰੇਜ਼ੀ ਵੀ ਨਹੀਂ ਆਉਂਦੀ ਸੀ, ਉਹਨੂੰ ਪ੍ਰਭੂ ਨੇ ਉਹਦੀ ਕਿਚਨ 'ਚ ਆ ਕੇ ਜ਼ੋਰ ਦੇ ਨਾਲ ਉਹਦੇ ਕੰਨਾਂ ਵਿੱਚ ਆਵਾਜ਼ ਕਰ, ਕਹਿੰਦੀ ਅੱਜ ਵੀ ਮੈਨੂੰ ਯਾਦ ਆ ਉਹ ਮੈਨੂੰ ਆਵਾਜ਼ ਕਿੱਦਾਂ ਸੁਣੀ ਸੀਗੀ, ਕਾਲ ਰਾਵੀ ਨਾਓ, ਜਿਹਦੇ ਨਾਲ ਆਈ ਥਿੰਕ ਮੈਂ ਐਟਲੀਸਟ 4 to 5 ਸਾਲ ਉਹਦੇ ਨਾਲ ਮੇਰੀ ਕੋਈ ਮੁਲਾਕਾਤ ਨਹੀਂ ਸੀਗੀ ਕਿ ਉਹਨੂੰ ਕਿਹਾ ਹੁਣੀ ਰਵੀ ਨੂੰ ਫੋਨ ਕਰ, ਕਿਉਂਕਿ ਉਸ ਵਕਤ ਰਵੀ ਨੂੰ ਪ੍ਰਭੂ ਦੀ ਜ਼ਰੂਰਤ ਸੀਗੀ। ਰਵੀ ਹਰ ਪਾਸੇ ਥੱਕੀ ਹੋਈ ਸੀਗੀ ਐਂਡ ਰਵੀ ਨੂੰ ਕੁਝ ਦਿਖ ਨਹੀਂ ਰਿਹਾ ਸੀ। ਰਵੀ ਥਾਂ ਰੱਬ ਨੂੰ ਲੱਭਦੀ ਫਿਰਦੀ ਸੀ, ਪਰ ਰਵੀ ਨੂੰ ਰੱਬ ਨਹੀਂ ਲੱਭ ਰਿਹਾ ਸੀ। ਰਵੀ ਪੂਰੀ ਡਿਪਰੈਸ਼ਨ ਵਿੱਚ ਹੋਈ ਵੀ ਸੀਗੀ, ਰਵੀ ਇੱਕ ਪ੍ਰੋਬਲਮ ਵਿੱਚ ਫਸੀ ਹੋਈ ਸੀਗੀ, ਪਰ ਪ੍ਰਭੂ ਨੇ ਮੈਨੂੰ ਪਿਆਰ ਕੀਤਾ। ਜਿਸ ਨੇ ਪਹਿਲਾਂ ਮੈਨੂੰ ਪਿਆਰ ਕੀਤਾ ਉਹਨੇ ਮੈਨੂੰ ਆਜ਼ਾਦ ਕੀਤਾ ਹੈ। ਆਮੇਨ। ਐਂਡ ਹਾਊ ਮੈਂ ਆਪਣੇ ਪ੍ਰਭੂ ਨੂੰ ਕਿੱਦਾਂ ਛੱਡ ਸਕਦੀ ਹਾਂ? ਆਪਣੇ ਪ੍ਰਭੂ ਦੇ ਬਾਰੇ ਮੈਂ ਢੰਡੋਰਾ ਪਿੱਟਣੋਂ ਕਿੱਦਾਂ ਹਟ ਸਕਦੀ ਹਾਂ, ਜਿਹਨੇ ਮੈਨੂੰ ਇੱਕ ਪਾਪਣ ਨੂੰ ਯਾਦ ਕੀਤਾ ਕਿ ਰਵੀ come to me, ਮੈਂ ਤੈਨੂੰ ਆਪਣੇ ਰੂਪ ਵਿੱਚ ਬਣਾਇਆ, ਤੂੰ ਕਿੱਥੇ ਮੂਰਤੀ ਪੂਜਾ ਕਰਦੀ ਫਿਰਦੀ ਆ, ਕਿੱਥੇ ਕੀ ਕਰਦੀ ਫਿਰਦੀ ਆ, ਕਿਤੇ ਚੌਲ ਸਿੱਟਦੀ ਫਿਰਦੀ ਆ, ਕਿਤੇ ਕਣਕ ਸਿੱਟਦੀ ਫਿਰਦੀ ਆ, ਕਿਤੇ ਚਿੜੀਆਂ ਨੂੰ ਖਿਲਾਨੀ ਆ, ਕਿਤੇ ਡੁੱਬਕੀ ਪਾਉਣ ਜਾਂਦੀ ਆ, ਕਿਤੇ ਕੁਛ ਕਰਦੀ ਆ, ਕਿਤੇ ਰਾਤਾਂ ਨੂੰ ਉੱਠ ਕੇ ਤੂੰ ਇਦਾਂ ਦੀ ਪਾਠ ਪੂਜਾ ਕਰਦੀ ਆ ਜਿੱਥੇ ਕਿ ਕੋਈ ਸੁਣਦਾ ਵੀ ਨਹੀਂ ਤੇਰੀ ਆਵਾਜ਼। ਪਰ ਮੈਂ ਉਹ ਦੇਖਦਾ ਸੀ ਖੜਾ, ਕਿਉਂਕਿ ਉਹਨੂੰ ਮੇਰੇ ਤੇ ਤਰਸ ਆਇਆ, ਫਿਰ ਉਹਨੇ ਮੈਨੂੰ ਸੱਦਿਆ, ਫਿਰ ਉਸ ਔਰਤ ਨੇ ਮੈਨੂੰ ਫੋਨ ਕੀਤਾ। ਸੋ ਮੇਰੇ ਭੈਣੋ ਤੇ ਭਰਾਓ, ਇਹ ਜਿਹੜੀ ਵਰਡਸ ਆ ਇਹ ਮੇਰੀ ਜ਼ਿੰਦਗੀ ਵਿੱਚ ਹਕੀਕਤ ਆ। I have been loved by God who called me, and ਉਹਨੇ ਮੈਨੂੰ ਫਤਿਹ ਨਾਲੋਂ ਵੀ I can't even explain to you ਕਿ ਮੇਰੇ ਪ੍ਰਭੂ ਨੇ ਮੇਰੇ ਤੇ ਕਿੰਨੀ ਮਿਹਰ ਕੀਤੀ ਆ, ਕਿੰਨੀ ਮਿਹਰ ਕੀਤੀ ਹੋਈ ਆ, ਐਂਡ ਕਿੰਨੀ ਮਿਹਰ ਕਰਨ ਜਾ ਰਿਹਾ ਆ। ਉਹੀ ਤੁਹਾਡੇ ਉੱਤੇ ਮੈਂ ਤੁਹਾਡੇ ਤੇ ਕਲੇਮ ਕਰਦੀ ਹਾਂ, ਤੁਹਾਡਾ ਪਰਮੇਸ਼ਰ ਤੁਹਾਨੂੰ ਬਹੁਤ ਪਿਆਰ ਕਰਦਾ ਆ ਅਤੇ ਤੁਹਾਡੇ ਤੇ ਬਹੁਤ ਮਿਹਰ ਕਰਦਾ ਆ ਅਤੇ ਤੁਹਾਡੇ ਤੇ ਬਹੁਤ ਮਿਹਰ ਕਰਨ ਜਾ ਰਿਹਾ ਆ। ਸੋ ਮੇਰੇ ਭੈਣੋ ਤੇ ਭਰਾਓ, ਅਗਰ ਤੁਹਾਡੇ ਉੱਤੇ ਕੋਈ ਐਸੀ ਬੈਡ ਹੈਬਿਟਸ ਲੱਗੀਆਂ ਹੋਈਆਂ ਆ, ਸਾਨੂੰ ਕਈ ਬਹੁਤ ਇੱਦਾਂ ਦੇ ਫੋਨ ਕਾਲਸ ਵੀ ਆਉਂਦੇ ਆ, ਸਾਨੂੰ ਇੱਦਾਂ ਦੇ ਪ੍ਰੇਅਰ ਰਿਕੁਐਸਟ ਵੀ ਆਉਂਦੇ ਆ ਜਿੱਥੇ ਕਿ ਮੈਂ ਪ੍ਰਭੂ ਤੋਂ ਡਰ ਕੇ, ਪ੍ਰਭੂ ਦੇ ਰੈਵਰੈਂਸ, ਉਹਦੇ ਆਦਰ ਦੇ ਹੋ ਕੇ ਤੁਹਾਡੇ ਅੱਗੇ ਗੱਲ ਕਰਦੀ ਹਾਂ। ਕਈ ਲੋਕਾਂ ਦੇ ਮੈਸੇजेस ਆਉਂਦੇ ਆ ਕਿ ਮੈਂ ਇੱਦਾਂ ਦੇ ਕੰਮਾਂ 'ਚ ਫਸਿਆ ਹੋਇਆ ਆ, ਮੈਨੂੰ ਪਤਾ ਨਹੀਂ ਮੈਂ ਕਿੱਦਾਂ ਨਿਕਲਾਂ ਆ। ਪਰ ਭੈਣ ਤੇ ਭਰਾਓ, ਮੈਂ ਤੁਹਾਨੂੰ ਦੱਸਦੀ ਹਾਂ, ਪ੍ਰਭੂ ਦੇ ਵਚਨ 'ਚ ਲਿਖਿਆ ਯੂ ਆਰ ਮੋਰ ਦੈਨ ਕੰਕਰਰ। ਇਸ ਵਚਨ ਨੂੰ ਪਕੜ ਲਓ, ਇਸ ਵਚਨ ਦੇ ਵਿੱਚ ਖੁੱਭ ਜਾਵੋ, ਤੁਹਾਡੀਆਂ ਸਾਰੀਆਂ ਉਹ ਪ੍ਰੋਬਲਮਸ ਠੀਕ ਹੋ ਸਕਦੀਆਂ ਆ, ਠੀਕ ਹੋ ਜਾਣੀਆਂ ਆ, ਬਿਕੋਜ਼ ਜਿਹਨੇ ਸਾਨੂੰ ਪਹਿਲਾਂ ਪਿਆਰ ਕੀਤਾ ਆ ਉਹਨੇ ਸਾਨੂੰ ਜੇਤੀਆਂ ਤੋਂ ਵੀ ਜ਼ਿਆਦਾ ਜੇਤੂ ਕੀਤਾ ਆ। ਮੈਨੂੰ ਕਈ ਵਾਰੀ ਸਾਨੂੰ ਫੋਨਸ ਆਉਂਦੇ ਆ, ਭਰਾਵਾਂ ਦੇ ਫੋਨਸ ਆਉਂਦੇ ਆ, ਐਂਡ ਸਮਟਾਈਮਸ ਸੈਡ ਟੂ ਸੇ ਸਿਸਟਰਸ ਦੇ ਫੋਨ ਆਉਂਦੇ ਆ ਕਿ ਬਲੂ ਮੂਵੀਜ਼ ਵਿੱਚ ਫਸੇ ਹੋਏ ਨੇ। ਉਹ ਬਲੂ ਮੂਵੀਜ਼ ਉਹਨਾਂ ਨੂੰ ਜਿੰਨੀ ਚਿਰ ਦੇਖਣਗੇ ਨਹੀਂ, ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਪਰ ਉਹ ਦੇਖਣਾ ਨਹੀਂ ਚਾਹੁੰਦੇਗੇ। ਕਈ ਜੂਏ ਵਿੱਚ ਫਸੇ ਹੋਏ ਨੇ, ਕਈ ਐਕਸਟਰਾ ਮੈਰਿਟਲ ਅਫੇਅਰ ਵਿੱਚ ਫਸੇ ਹੋਏ ਨੇ, ਕਈ ਇੱਦਾਂ ਦੇ ਖਰਾਬ ਕੰਮਾਂ 'ਚ ਫਸੇ ਆ, ਉਹਨਾਂ ਨੂੰ ਪਤਾ ਅਸੀਂ ਫਸੇ ਆ ਪਰੰਤੂ ਨਿਕਲਿਆ ਨਹੀਂ ਜਾਂਦਾ। ਮੇਰੇ ਭੈਣੋ ਤੇ ਭਰਾਓ, ਆਈ ਹੈਵ ਅ ਗੁੱਡ ਨਿਊਜ਼ ਫॉर ਯੂ, ਤੁਹਾਨੂੰ ਪ੍ਰਭੂ ਆਜ਼ਾਦ ਕਰਨ ਜਾ ਰਿਹਾ ਹੈ ਯਿਸੂ ਦੇ ਨਾਮ ਨਾਲ। ਵਾਈ? ਬਿਕੋਜ਼ ਯੂ ਆਰ ਮੋਰ ਦੈਨ ਕੰਕਰਰਸ। ਤੁਸੀਂ ਏਦਾਂ ਹੋਣੀ ਜਦੋਂ ਭੈਣ ਫੇਰ ਪੜ੍ਹ ਕੇ ਗਏ ਆ ਕਿ ਅਸੀਂ ਉਸ ਦੇ ਦੁਆਰਾ, ਜਿਸ ਨੇ ਮੈਨੂੰ ਪਿਆਰ ਕੀਤਾ, ਜਿਸ ਨੇ ਮੇਰੇ ਭਰਾ ਤੈਨੂੰ ਪਿਆਰ ਕੀਤਾ, ਜਿਸ ਨੂੰ ਮੇਰੀ ਭੈਣ ਤੈਨੂੰ ਪਿਆਰ ਕੀਤਾ, ਅੱਜ ਉਸ ਦੇ ਰਾਹ ਤੁਸੀਂ ਜੇਤੂ ਤੋਂ ਵੀ ਸਭ ਤੋਂ ਜ਼ਿਆਦਾ ਜੇਤੂ ਹੋ। ਸੋ ਅੱਜ ਮੈਂ ਯਿਸੂ ਦੇ ਨਾਮ ਨਾਲ ਇਹ ਵਚਨ ਦੇ ਲੈ ਕੇ ਤੁਹਾਡੇ ਤੇ ਅਪਲਾਈ ਕਰਦੀ ਹਾਂ ਕਿ ਤੁਸੀਂ ਅੱਜ ਉਸ ਗੰਦੀਆਂ ਹੈਬਿਟਸ ਤੋਂ, ਜਿਸ ਨੇ ਗੰਦੀਆਂ ਰੂਹਾਂ ਨੇ ਤੁਹਾਨੂੰ ਫੜਿਆ ਹੋਇਆ ਆ, ਜਿਸ ਸ਼ੱਕ ਦੀ ਰੂਹ ਨੇ ਤੁਹਾਨੂੰ ਫੜਿਆ ਹੋਇਆ ਆ, ਜੋ ਤੁਹਾਨੂੰ ਗਾਹ ਵਧਣ ਨਹੀਂ ਦਿੰਦਾ, ਅੱਜ ਪ੍ਰਭੂ ਤੁਹਾਨੂੰ ਆਜ਼ਾਦ ਕਰ ਰਿਹਾ ਆ। ਐਂਡ ਰਿਸੀਵ ਇਟ ਮਾਈ ਗॉड, ਰਿਸੀਵ ਮੇਰੇ ਪਰਮੇਸ਼ਵਰ ਦੇ ਵਚਨਾਂ ਨੂੰ ਲਓ, ਆਪਣੇ ਦਿਲਾਂ ਵਿੱਚ ਲਵੋ, ਐਂਡ ਆਈ ਪ੍ਰੋਮਿਸ ਯੂ ਕਿ ਤੁਹਾਡੀ ਜ਼ਿੰਦਗੀ ਪ੍ਰਭੂ ਆਬਾਦ ਕਰਨ ਜਾ ਰਿਹਾ ਆ, ਕਰ ਦਿੱਤੀ ਆ। ਅਗਰ ਤੁਸੀਂ ਪੜ ਲਓ ਕਿ ਅੱਜ ਤੋਂ ਬਾਅਦ ਮੇਰੇ ਪ੍ਰਭੂ ਨੇ ਮੈਨੂੰ ਆਜ਼ਾਦ ਕਰ ਦਿੱਤਾ। ਆਮੇਨ। ਸੋ ਦੇਖੋ, ਪ੍ਰਭੂ ਦੇ ਵਚਨ ਦੇ ਵਿੱਚ ਅਗਰ ਅਸੀਂ ਦੇਖੀਏ ਕਿ ਅਗਰ ਅਸੀਂ ਜ਼ਬੂਰ ਦੀ ਕਿਤਾਬ ਵਿੱਚ ਜਾਈਏ, ਆਮੇਨ, ਜ਼ਬੂਰ ਦੀ ਕਿਤਾਬ ਦੇ ਵਿੱਚ ਆਪਾਂ ਐਕਚੁਅਲੀ ਦੇਖਣਾ ਆ 107
ਉਹਦਾ 20ਵਾਂ ਵਰਸ ਦੇਖਦੇ ਹਾਂ। ਸੋ ਲੁੱਕ ਐਟ ਇੱਥੇ ਕੀ ਲਿਖਿਆ ਹੋਇਆ ਆ। ਸੋ ਬੇਟਾ ਸਾਨੂੰ ਪੜ੍ਹ ਕੇ ਸੁਣਾਓ ਤੇ ਉਹ ਤੋਂ ਬਾਅਦ ਆਪਾਂ ਇੱਕ ਬਹੁਤ ਹੋਰ ਭਾਰਾ ਵਰਸ ਦੇਖਣ ਜਾ ਰਹੇ ਹਾਂ ਕਿ ਦੇਖੋ ਇਸ ਵਚਨ ਨੂੰ ਕਲੇਮ ਕਰੋ ਮੇਰੇ ਭੈਣੋ ਤੇ ਭਰਾਓ ਆਪਣੀ ਜ਼ਿੰਦਗੀ ਦੇ ਵਿੱਚ। ਸਾਮ ਚੈਪਟਰ 107 verse 20 please. Amen. चलो बेटा पढ़ के सुना। He sent forth his word and healed them. He rescued them from the grave. Surinder? 107 ਉਹਦਾ 20ਵਾਂ ਆਇਤ। ਹਾਂਜੀ ਠੀਕ ਹੈ। ਉਹ ਆਪਣਾ ਬਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ। ਆਮੀਨ। ਉਹ ਦੇਖੋ ਹੁਣੀ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ, ਉਹ ਜਿਹੜੀ ਤਬਾਹੀ ਆ ਤੁਹਾਡਾ ਵਚਨ, ਪ੍ਰਭੂ ਦਾ ਵਚਨ ਤੁਹਾਨੂੰ ਘੱਲਦਾ ਆ ਤੇ ਤੁਸੀਂ ਉਸ ਵਚਨ ਦੇ ਰਾਹੀਂ ਤੁਹਾਨੂੰ ਬਚਾਉਂਦਾ ਆ। ਸਰ ਮੇਰੇ ਭੈਣੋ ਤੇ ਭਰਾਓ ਆ ਜਿਹੜਾ ਵਚਨ ਆ, ਮੈਂ ਸ਼ਾਇਦ ਰਵੀ ਦੇ ਰੂਪ ਚ ਤੁਹਾਨੂੰ ਸੁਣ ਰਿਹਾ ਆ, ਰਵੀ ਦੀ ਆਵਾਜ਼ ਸੁਣ ਰਿਹਾ ਆ, ਪਰ ਇਹ ਵਚਨ ਪ੍ਰਭੂ ਤੋਂ ਆ ਰਿਹਾ ਆ। ਇਹ ਪ੍ਰਭੂ ਦਾ ਵਚਨ ਉਹ ਤੁਹਾਨੂੰ ਘੱਲ ਰਿਹਾ ਆ ਤਾਂ ਕਿ ਤੁਸੀਂ ਆਜ਼ਾਦ ਹੋ ਜਾਓ। ਉਹ ਤੁਹਾਨੂੰ ਇਸ ਤਬਾਹੀ ਤੋਂ ਬਚਾ ਰਿਹਾ ਆ। ਹੁਣ ਦੇਖੋ ਇਹੀ ਵਚਨ, ਅਗਰ ਇਸ ਵਚਨ ਨੂੰ ਆਪਾਂ ਲਈਏ ਅੱਗੇ, ਹੁਣ ਆਪਾਂ ਜ਼ਬੂਰ 119 ਉਹਦਾ 11ਵਾਂ ਆਇਤ ਸਾਨੂੰ ਭੈਣ ਪੜ੍ਹ ਕੇ ਸੁਣਾਉਣਗੇ ਕਿ ਦੇਖੋ ਅਗਰ ਇਸ ਵਚਨ ਨੂੰ ਆਪਾਂ ਕਿੱਥੇ ਰੱਖਣਾ ਆ। ਹੁਣੀ ਸਾਨੂੰ ਭੈਣ ਪੜ੍ਹ ਕੇ ਸੁਣਾ ਕੇ ਗਏ ਆ ਕਿ ਅਗਰ ਇਹ ਵਚਨ ਉਹ ਸਾਨੂੰ ਆਪਣਾ ਵਚਨ ਘੱਲਦਾ ਆ ਕਿ ਸਾਨੂੰ ਤੰਦਰੁਸਤੀ ਮਿਲੇ, ਸਾਨੂੰ ਤਬਾਹੀ ਤੋਂ ਬਚਾਵੇ। ਸੋ ਭੈਣ ਹੁਣ ਤੁਸੀਂ ਜ਼ਬੂਰ 119 ਉਹਦਾ 11ਵਾਂ ਆਇਤ, ਸਾਮ 119 verse 11 ਸਾਨੂੰ ਪਲੀਜ਼ ਪੜ੍ਹ ਕੇ ਸੁਣਾਓਗੇ। ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ, ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ। ਆਮੀਨ। ਨਾ 11ਵਾਂ ਬੇਟਾ 11ਵਾਂ। next verse ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ। ਆਮੀਨ। Amen. Look at that. ਆਪਾਂ ਜੋ ਪੁੱਛ ਕੇ ਆਏ ਸੀ, ਜੋ ਮੈਂ ਤੁਹਾਨੂੰ ਦੱਸਿਆ ਕਿ ਕਿੱਦਾਂ ਦੇ ਆਪਾਂ ਨੂੰ ਆਉਂਦੇ ਆ ਭੈਣੋ ਤੇ ਭਰਾਓ, ਪਹਿਲਾਂ ਆਪਾਂ ਪੜ੍ਹ ਕੇ ਹਟੇ ਕਿ ਉਹਨੇ ਆਪਣਾ ਵਚਨ ਘੱਲਿਆ ਤਾਂ ਕਿ ਅਸੀਂ ਚੰਗੇ ਹੋ ਸਕੀਏ, ਤਾਂ ਕਿ ਅਸੀਂ ਉਸ ਤਬਾਹੀ ਤੋਂ ਬਚ ਸਕੀਏ। ਉਹਨੇ ਸਾਨੂੰ ਦੱਸ ਦਿੱਤਾ ਕਿ ਮੈਂ ਆਪਣਾ ਵਚਨ ਘੱਲਿਆ, ਪਰ ਹੁਣ ਅਸੀਂ ਕਿੱਦਾਂ ਉਹ ਕਰਨਾ ਆ, ਅਸੀਂ ਉਸ ਵਚਨ ਨੂੰ ਆਪਣੇ ਵਿੱਚ, ਆਪਣੇ ਦਿਲ ਦੇ ਵਿੱਚ ਛੁਪਾ ਕੇ ਰੱਖਣਾ ਆ ਤਾਂ ਕਿ ਸਾਨੂੰ ਉਸ ਪਾਪ ਤੋਂ ਬਚਾ ਸਕੇ। ਆਮੀਨ। ਸੋ ਦਿਸ ਮੀਨਸ ਕਿ ਉਹਨੇ ਇੱਕ ਕੰਮ ਘੱਲਿਆ ਆ, ਉਹਨੇ ਆਲਰੇਡੀ ਕਰ ਦਿੱਤਾ, ਹੁਣ ਉਹਨੇ ਆਪਣਾ ਵਚਨ ਭੇਜ ਦਿੱਤਾ ਤਾਂ ਕਿ ਤੁਸੀਂ ਤਬਾਹੀ ਤੋਂ ਬਚ ਜਾਵੋ। ਹੁਣ ਸਾਡਾ ਕੀ ਫਰਜ਼ ਆ? ਸਾਡਾ ਫਰਜ਼ ਹੈ ਕਿ ਅਸੀਂ ਇਸ ਵਚਨ ਨੂੰ ਲਈਏ, ਆਪਣੇ ਦਿਲ ਵਿੱਚ ਰੱਖ ਲਈਏ, ਲੁਕੋ ਕੇ। ਇਹ ਨਹੀਂ ਕਿ ਡੱਬੀ 'ਚ ਰੱਖੀਏ, ਉਹਨੂੰ ਬਾਹਰ ਨਹੀਂ ਕੱਢਣਾ, ਨੋ, ਉਹਨੂੰ ਰੱਖੀਏ ਕਿ ਤਾਂ ਕਿ ਉਹ ਸਾਨੂੰ ਸਦਾ ਯਾਦ ਕਰਾਉਂਦਾ ਰਹੇ ਕਿ ਅਸੀਂ ਪਾਪ ਤੋਂ ਬਚੇ ਰਹੀਏ। ਆਮੀਨ। ਸੋ ਦੇਖੋ ਮੇਰੇ ਭੈਣੋ ਤੇ ਭਰਾਓ, ਇਟ ਸੇਜ਼ ਕਿ ਜਦੋਂ ਅਸੀਂ ਪਾਪ ਕਰਦੇ ਆ, ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਕਿਤੇ ਪਾਪ ਕਰਨ 'ਚ ਲੱਗਦੇ, ਸਾਡੇ ਵਿੱਚ ਕੁਝ ਆਂਦਾ ਆ, ਉਹ ਕਹਿੰਦਾ ਕਿ ਤਾਂ ਕਿ ਤੁਸੀਂ ਮੇਰੇ ਖਿਲਾਫ ਨਾ ਪਾਪ ਕਰੋ। ਹੁਣ ਇਹ ਲਿਖਿਆ that you might not sin against me, ਉਹ ਮੇਰੇ ਰਾਈਟ ਕਿ ਉਹਦੇ ਅਗੇਂਸਟ ਹੀ ਅਸੀਂ ਪਾਪ ਕਰਨਾ, ਕਿਉਂਕਿ ਆਪਾਂ ਅੱਗੇ ਬਹੁਤ ਵਾਰੀ ਦੇਖਿਆ ਕਿ ਜਦੋਂ ਆਪਾਂ ਪਾਪ ਕਰਦੇ ਹਾਂ ਅਸੀਂ ਆਪਣੇ ਪ੍ਰਭੂ ਯਿਸੂ ਨੂੰ ਮੁੜ ਕੇ ਸੂਲੀ ਤੇ ਚੜਾਉਂਦੇ ਹਾਂ। ਸੋ ਆਪਾਂ ਉਹ ਨਹੀਂ ਕਰਨਾ, ਪਰ ਜਦੋਂ ਸਾਡੇ ਵਿੱਚ ਪ੍ਰਭੂ ਦੇ ਵਚਨ ਰੱਖੇ ਹੁੰਦੇ ਨੇ, ਸਾਡੇ ਦਿਲ ਦੇ ਵਿੱਚ ਹੁੰਦੇ ਨੇ, ਉਹ ਇੱਕ ਜਿੱਦਾਂ ਅੱਜ ਕੱਲ੍ਹ ਕਰੋਨਾ ਵਾਇਰਸ ਦੇ ਅਗੇਂਸਟ ਹਰ ਕੋਈ ਕਹਿੰਦੀ ਟੀਕਾ ਲਵਾਓ, ਉਹ ਉਸ ਟੀਕੇ ਤੋਂ ਵੀ ਪਾਵਰਫੁਲ ਆ। ਉਹ ਜਿਹੜਾ ਪ੍ਰਭੂ ਦਾ ਵਚਨ ਆ, ਇਹ ਟੀਕਾ ਪਾਪ ਦੇ ਅਗੇਂਸਟ ਮੋਸਟ ਪਾਵਰਫੁਲ ਆ। ਕਿਉਂਕਿ ਜਦੋਂ ਇਹ ਸਾਡਾ ਵਚਨ ਸਾਡੇ ਵਿੱਚ ਹੁੰਦਾ ਆ, ਆਮੀਨ, ਫਿਰ ਇਹ ਸਾਨੂੰ ਹਰ ਉਸ ਪਰਤਾਵੇ ਤੋਂ ਬਚਾ ਕੇ ਰੱਖਦਾ ਆ। ਹਰ ਉਹ ਪਰਤਾਵਾ ਜਦੋਂ ਸਾਡੇ ਤੋਂ ਕਿਤੇ ਹੰਕਾਰ ਆ ਜਾਂਦਾ, ਅਸੀਂ ਬਹੁਤ ਉੱਚੇ ਪਦਵੀ ਤੇ ਚੱਲ ਜਾਂਦੇ ਆ, ਸਾਡੇ ਵਿੱਚ ਵਚਨ ਲੁਕਿਆ ਹੁੰਦਾ ਆ। ਸਾਨੂੰ ਵਚਨ ਯਾਦ ਕਰਾਉਂਦਾ ਕਿ ਪ੍ਰਭੂ ਕਿਹਨਾਂ ਨੂੰ ਪਸੰਦ ਕਰਦਾ ਆ, ਜਿਹੜੇ ਦਿਲ ਦੇ ਨਰਮ ਹੋਣ। God exalts those who are humble. ਪ੍ਰਭੂ ਉਹਨਾਂ ਨੂੰ ਉੱਚਾ ਕਰਦਾ ਆ ਜੋ ਦਿਲ ਦੇ ਵਿੱਚ ਨਰਮੀ ਰੱਖਦੇ ਨੇ। ਜਦੋਂ ਸਾਡੇ ਵਿੱਚ ਕੋਈ ਵੀ ਪਰਤਾਵਾ ਆਉਂਦਾ ਕਿ ਅਸੀਂ ਬੇਈਮਾਨੀ ਕਰਨ ਲੱਗੇ ਆ, ਝੂਠ ਬੋਲਣ ਲੱਗੇ ਆ, ਚੋਰੀ ਕਰਨ ਲੱਗੇ ਆ, ਰਿਸ਼ਵਤ ਲੈਣ ਲੱਗੇ ਆ, ਕੋਈ ਵੀ ਖਰਾਬੀ ਕੰਮ ਕਰਨ ਲੱਗੇ ਆ, ਤੇ ਸਾਡੇ ਅੰਦਰ ਇੱਕ ਵਚਨ ਆਂਦਾ ਆ। ਉਹ ਪ੍ਰਭੂ ਦਾ ਵਚਨ ਕੀ ਆ? ਅਗਰ ਤੁਸੀਂ ਸਾਮ 51 verse 6 ਦੇਖੋ, 51 ਉਹਦਾ 6ਵੀਂ ਆਇਤ, ਜ਼ਬੂਰ 51 ਉਹਦੇ 6ਵੀਂ ਆਇਤ, ਸਾਮ 51 verse 6 ਦੇਖੋ ਕਿ ਦੇਖੋ ਉੱਥੇ ਸਾਨੂੰ ਪ੍ਰਭੂ ਕੀ ਦੱਸਦੇ ਨੇ
कि उस वक्त अगैन ये थाडे अंदर वचन लुके हुए ने हुण ये वचन थानू जदों भी कोई ऐसे परतावे आंदे आ ये वचन थाडे विचों बाहर होके थानू याद करांदे आ ते थानू पाप च डिग्गण तो बचांदे आ आमीन सो बेटा पढ़ के सुनावो Psalm 51 verse 6 please ਦੇਖ ਤੂੰ ਅੰਦਰਲੀ ਸੱਚਾਈ ਚਾਹੁੰਦਾ ਹੈ ਅਤੇ ਗੁਪਤਪਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ Amen कि देखो अंग्रेजी में बहुत सोहनी तरह लिखा होया है कि surely you desire the truth in inner parts you teach me wisdom in the inmost place कि प्रभु जी तुसी बिल्कुल साडे अंदर सदा सच्चाई चाहने हैं अते तुसी हर पासे सानू अपनी बुद्ध ते चलाने हैं पर हुण तुसी कहोगे अपन थोड़ा जिहा फास्ट करते हैं कि हुण पर वचन लुकाने किदां है रिमेंबर प्रभु यसू ने लूका 12:12 च की कहा सी ओ कहंदा कि अगर असी वचन साडे अंदर पैणगे तद ही आऊगा सो प्रभु ने संत लूका 12 चैप्टर 12वीं आयत च इदां कहा सीगा कि उसे घड़ी जदों साडे ते कोई परतावा आंदा आ जां सानू किसी थां ते सानू खड़ना पैंदा ते सानू कोई किसी का मुकाबला करना पैंदा आ उसे घड़ी प्रभु कहंदा उसे घड़ी उसे टाइम पुत्र आत्मा तुहानू देवेगा कि तुसी की कहना है दिस मीन्स कि होली स्पिरिट विल टेल यू विल गिव यू वर्ड्स व्हाट यू गोना से पर पुत्र आत्मा थानू वचन किदां देगा अगर वो वचन थाडे विच होणगे तां दऊगा सो दिस मीन्स पुत्र आत्मा जी भी अपना काम कर रहे ने पर साडे कोल एक काम की है कि ये वचन असी अपने विच पाने आ जमा करने आ ते ईच टाइम और जिद्दां कहंदे कि साडी यादगार वचनां नाल भरी होएगी एंड गॉड्स वर्ड्स विल बी कमिंग अप एंड रिमाइंडिंग अस प्रभु दे वचन साडे आणगे सानू परताविया वा तो सानू प्रॉब्लम विचों आजाद करनगे ते असी प्रभु दे विच जित पावांगे आमीन सो मुड़ के मैं की कहना चाहनी आपां ऑलमोस्ट बाइबल स्टडी दे एंड ते आ गए हैं कि मैं की कहना चाहनी है कि सानू वचन जानना है असी वचन बोलना है क्योंकि बोलन दे विच वचन दे विच बहुत ताकत है क्योंकि असी हुनी है किहदा टाइटल लिखा है कि जो प्रभु का वचन है इज पावरफुल बिकॉज इज गारंटीड बाय गॉड ऑलमाइटी दे पिछे इस वचन दे विच पिछे प्रभु यसू आ ओदा वचन है आप सब हम अज बहुत आयतां पढ़िया है कि अगर असी प्रभु का वचन जो असी बोलते हैं इट कैचेज द फायर द हैमर ऑफ गॉड कि जिथे भी असी मारांगे वो चट्टान नूं टुटनी पैनी है पर सानू प्रभु दे वचन फेथफुली है ईमानदारी नाल बोलने हैं असी इस दिल नूं शुद्ध रखना है अपने आप नूं प्रभु दे नरमाई दे विच रहना है अते असी प्रभु दे वचनां ते चलना है चलना वेरी इंपॉर्टेंट है ये नहीं कि असी बोली जाए पर साडी जिंदगी जो असी बोल रहे हैं वो नहीं दसदी होवेगी we have to keep the word of God amen so मैं यही कहनी है कि जाओ अपने जद अपनी प्रॉब्लम इस वचन दे राही तुसी आजाद हो जाओ तुसी अपने उस जिंदगी उस पावरफुल वर्ड दे नाल अपनी जिंदगी आबाद करो आमेन सो गॉड ब्लेस यू एवरीबॉडी एंड मैं पूरी तरह बिलीव करदी हूं कि इस वचन दे नाल थाडी जिंदगी प्रभु ने मेड यू वेरी सक्सेसफुल इन जीसस माइटी नेम सो गॉड ब्लेस यू आज आपां इत्थे अपनी बाइबल स्टडी ऑलमोस्ट फुल आवर आज आपां स्पेंड कीता है क्योंकि अज आपां इहदे विचकार प्रार्थनाएं भी कीतियां है आमेन सो अज आपां दुआ की हुई है सो आप इत्थे अपनी बाइबल स्टडी एंड प्रेयर मीटिंग दे फिनिश करते हैं मैं कहनी है कि जो साडा आने वाला ये वीकेंड है लैट दैट बी ग्लोरियसली फिल्ड विद द माइटी प्रेजेंस ऑफ गॉड कि परमेश्वर की हजूरी दे नाल परमेश्वर के वचनां नाल सदा भरिया रहे अते तुसी परमेश्वर विच सदा जेतू जिंदगी जियो ताकि दूसरे देखन कहन कि ये वाकया इनू नाम लैके बुलाया होया जिद्दां मैं तुहानूं दस्सिया सी प्रभु ने आपां नूं एक नूं नाम लैके बुलाया क्योंकि उन्हें सानू पहला प्यार किया है आमेन सो गॉड ब्लेस यू एंड मैं ये नाल ही कहनी है कि आप मंडे नूं मिलांगे अगैन केड़ा सब्जेक्ट लेके आना है आई एम गोइंग टू बी प्रेइंग टू गॉड कि प्रभु जी एक बारी मैं केड़ा सब्जेक्ट लेके आवां क्योंकि एक बारी मैं सच दसदी हाँ मैं इन्ना इंजॉय किए पास्ट 2 वीक्स
preparing the Bible studies, ਪਿਛਲੇ ਹਫਤੇ ਆਪਾਂ ਪ੍ਰਭੂ ਦਾ ਪਹਿਲੇ ਪਿਆਰ ਬਾਰੇ ਗੱਲ ਕੀਤੀ ਸੀਗੀ, ਪ੍ਰਭੂ ਦੇ ਪਿਆਰ ਦੀ ਬਾਰੇ ਗੱਲ ਕੀਤੀ ਸੀਗੀ। ਇਸ ਹਫਤੇ ਮੰਡੇ, ਵੈਨਸਡੇ ਐਂਡ ਫਰਾਈਡੇ ਆਪਾਂ ਪ੍ਰਭੂ ਦੇ ਵਚਨਾਂ ਬਾਰੇ ਗੱਲ ਕੀਤੀ ਸੀਗੀ। ਇਟ ਹੈਜ਼ ਬੀਨ ਅ ਬਲੈਸਡ ਵੀਕ ਫॉर ਮੀ। ਮੈਂ ਇੱਦਾਂ ਕਹਿੰਦੀ ਕਿ ਤੁਹਾਡਾ ਹਫਤਾ ਵੀ ਪ੍ਰਭੂ ਤੁਹਾਨੂੰ ਬਹੁਤ ਬਰਕਤਾਂ ਦੇ ਨਾਲ ਭਰਦਾ ਰਹੇ ਅਤੇ ਤੁਸੀਂ ਪ੍ਰਭੂ ਦੇ ਵਿੱਚ ਸਦਾ ਵੱਧਦੇ ਜਾਵੋ। ਆਮੇਨ। ਸੋ ਗॉड ਬਲੈਸ ਯੂ। ਮੈਂ ਇਹਦੇ ਲਈ ਦੁਆ ਕਰਦੀ ਹਾਂ ਕਿ ਪਿਤਾ ਦਾ ਪਿਆਰ, ਮੇਰ ਤੇ ਕਿਰਪਾ ਪ੍ਰਭੂ ਯਿਸੂ ਦੀ ਅਤੇ ਸੰਗਤੀ ਪਵਿੱਤਰ ਆਤਮਾ ਜੀ ਦੀ ਆਪ ਜੀ ਦੇ ਨਾਲ ਹਮੇਸ਼ਾ ਦੇ ਨਾਲ ਰਵੇ। ਆਮੇਨ। ਸੋ ਜਦੋਂ ਮੈਂ ਆਲਵੇਜ਼ ਕਰਦੀ ਹਾਂ, surely goodness and love shall follow you all the days of your life and you will dwell in the house of the Lord. Amen. So God bless you and amen, and we ਆਪਾਂ ਮੰਡੇ ਨੂੰ ਮਿਲਦੇ ਹਾਂ। Amen. Bye bye everybody. Bye bye everybody. God bless you. God bless you.